ਜੇਕਰ ਹੁਣ ਕੈਬਨਿਟ ਦੇ ਵਿੱਚ ਬਿੱਲ ਪਾਸ ਹੁੰਦਾ ਗਾ ਵੀ ਇਹ ਜਿਹੜੇ ਕਾਨੂੰਨ ਨੇ ਉਹ ਵਾਪਸ ਲੈ ਲਏ ਗਏ ਨੇ, ਤਾਂ ਉਸ ਤੋਂ ਬਾਅਦ ਵੀ ਜਿਹੜਾ ਯੂਪੀ ਦੇ ਵਿੱਚ ਚੋਣਾਂ ਦਾ ਪ੍ਰਚਾਰ ਹੋ ਰਿਹਾ ਉਸ ਦੇ ਵਿੱਚ ਦਖਲਅੰਦਾਜ਼ੀ ਕਰਨਗੇ ਜਾਂ ਪੰਜਾਬ ਦੀਆਂ ਜਥੇਬੰਦੀਆਂ ਜਾਂ ਯੂਪੀ ਦੀਆਂ ਜਥੇਬੰਦੀਆਂ ਜਾਂ ਹਰਿਆਣੇ ਦੀਆਂ ਜਥੇਬੰਦੀਆਂ। ਦੇਖੋ, ਜੇ ਇਕੱਲੇ ਕਾਨੂੰਨ ਵਾਪਸ ਹੋ ਜਾਂਦੇ ਆ ਇਹਦੇ ਨਾਲ ਕਿਸਾਨਾਂ ਦਾ ਮਸਲਾ ਹੱਲ ਨਹੀਂ ਹੁੰਦਾ। ਜਿੰਨਾ ਚਿਰ ਇਹ ਪੂਰੇ ਭਾਰਤ ਦੇ ਵਿੱਚ ਘੱਟੋ ਘੱਟ ਖਰੀਦ ਦੀ ਗਰੰਟੀ ਨਹੀਂ ਬਣਦੀ, ਉਹਨਾਂ ਚਿਰ ਜਿਹੜੇ ਕਿਸਾਨ ਹੈ ਉਹ ਬਾਹਲਾ ਬਚ ਨਹੀਂ ਸਕਦੇ। ਹਜੇ ਉਹਨਾਂ ਨੇ ਇਹ ਕਿਹਾ ਵੀ ਅਸੀਂ ਤਾਂ ਕਮੇਟੀ ਬਣਾਵਾਂਗੇ। ਉਹ ਕਮੇਟੀ ਕਹੀ ਜੀ ਹੋਊਗੀ, ਉਹ ਯਕੀਨ ਨੂੰ ਕਿੰਨਾ ਅਧਿਕਾਰ ਹੋਊ, ਕਿਸਾਨਾਂ ਦਾ ਉਹਦੇ 'ਚ ਕੀ ਥਾਂ ਹੋਊ, ਜਾਂਦੀ ਉਹਦੀ ਕੋਈ ਬਹੁਤੀ ਸਪਸ਼ਟ ਪੋਜੀਸ਼ਨ ਨਹੀਂ। ਉਸ ਤੋਂ ਬਾਅਦ ਜਿਹੜੀਆਂ ਇੱਥੇ ਮੋਰਚੇ ਦੌਰਾਨ ਆ ਕੇ ਮੰਗਾਂ ਪੈਦਾ ਹੋਈਆਂ, ਉਹਨਾਂ ਨੂੰ ਹੱਲ ਕਰਨ ਵਾਸਤੇ ਵੀ ਕੋਈ ਤਸੱਲੀ ਵਕਤ ਜਵਾਬ ਨਹੀਂ ਹੈਗਾ। ਦਿੱਲੀ 'ਚ ਕੇਸ ਬਣੇ ਹੈ ਜਾਂ ਹੋਰ ਸਟੇਟਾਂ 'ਚ ਵੀ ਕੇਸ ਬਣੇ ਹੈ, ਉਹ ਕੇਸਾਂ ਦੀ ਵਾਪਸੀ ਦੀ ਕੋਈ ਗੱਲ ਨਹੀਂ, ਸਰਕਾਰਾਂ 'ਤੇ ਸਿੱਟਤਾ। ਜਿਹੜੀ ਉਹਨਾਂ ਪਰਿਵਾਰਾਂ ਨੂੰ ਕੋਈ ਸਹਾਇਤਾ ਦੀ ਗੱਲ ਸੀਗੀ ਉਹ ਵੀ ਸਟੇਟਾਂ 'ਤੇ ਸਿੱਟਤੀ ਹੈ। ਇਹ ਜਿਹੜੀਆਂ ਹੋਈਆਂ ਲਖਮੀਰਪੁਰ ਖੀਰੀ ਦੀ ਜਿਹੜੀ ਘਟਨਾ ਹੈ, ਕਿਵੇਂ ਮਤਲਬ ਲੱਤੜ ਕੇ ਮੁਰਦਿਆਂ ਨੂੰ ਮਾਰਿਆ ਹੈਗਾ, ਅਤੇ ਜਿਹੜਾ ਇਹਦੇ ਵਿੱਚ ਹੱਥ ਹੈ ਉਹ 'ਤੇ ਬਕਾਇਦਾ ਪਰਚਾ ਵੀ ਹੋ ਗਿਆ, ਅਤੇ ਉਹ ਮੰਤਰੀ ਦੇ ਤੌਰ 'ਤੇ ਪਦ 'ਤੇ ਉਵੇਂ ਬੈਠਾ ਹੈਗਾ ਜਿਹਨੂੰ ਜੇਲ੍ਹ 'ਚ ਹੋਣਾ ਚਾਹੀਦਾ ਹੈ। ਅੱਜ ਉਹ ਹਾਕਮ ਬਣਿਆ ਹੋਇਆ। ਕਿਤੇ ਨਾ ਕਿਤੇ ਜਾ ਕੇ ਇਹ ਨਹੀਂ ਲੱਗਦਾ ਹੈਗਾ ਕਿ ਜੇਕਰ ਅੱਜ ਤੁਸੀਂ ਗੁਰਨਾਮ ਸਿੰਘ ਚੜੂਨੀ ਦਾ ਵਿਰੋਧ ਕਰਦੀਆਂ ਨੇ ਜਥੇਬੰਦੀਆਂ, ਅੱਜ ਜੇ ਗੁਰਨਾਮ ਸਿੰਘ ਚੜੂਨੀ ਨੂੰ ਕਹਿੰਦੇ ਤਾਂ ਕਿਸਾਨ ਦੋ ਫਾੜ ਹੋ ਜਾਣਗੇ ਕਿਤੇ ਨਾ ਕਿਤੇ ਜਾ ਕੇ। ਦੇਖੋ, ਜਿਹੜਾ ਕੋਈ ਕਿਸੇ ਮੋਰਚੇ ਦੇ ਵਿੱਚ ਬਾਗ ਪਾੜੂਗਾ, ਇਹਨੂੰ ਕੋਈ ਫੁੱਟ ਕਹਿ ਦੇ, ਇਹਨੂੰ ਦੋ ਫਾੜ ਕਹਿ ਦੇ, ਜੇ ਉਹਨੂੰ ਤੁਸੀਂ ਵਿੱਚ ਰੱਖੋਗੇ ਹੋਰ ਵੱਧ ਨੁਕਸਾਨ ਕਰੂਗਾ। ਠੀਕ ਹੈ, ਉਹਨੂੰ ਲੱਗਿਆ ਵੀ ਮੈਂ ਪੰਜਾਬ ਚੋਣਾਂ ਕਰਨੀ ਹੈ, ਸੰਯੁਕਤ ਮੋਰਚੇ ਨੇ ਫੈਸਲਾ ਕਰ ਲਿਆ ਉਹਨੂੰ ਸਸਪੈਂਡ ਕਰਨ ਦਾ, ਇਹਦੇ ਬਾਵਜੂਦ ਨਹੀਂ ਰੋਕਿਆ। ਦੂਜੇ ਆਗੂ ਵੀ ਸਸਪੈਂਡ ਹੋਏ, ਉਹਨਾਂ ਗਲਤੀ ਮੰਨੀ, ਮੋਰਚੇ ਦੇ ਵਿੱਚ ਆ ਗਏ। ਕਿਸਾਨੀ ਸੰਘਰਸ਼ 'ਚ ਆਏ ਆ ਤਾਂ ਕਿਸਾਨੀ ਸੰਘਰਸ਼ ਦੀ ਹੀ ਗੱਲ ਕਰਾਂਗੇ। ਟਿੱਕਰੀ ਬਾਰਡਰ 'ਤੇ ਆ, ਪੰਜਾਬ ਦੀ ਸਭ ਤੋਂ ਵੱਡੀ ਜਥੇਬੰਦੀ ਉਗਰਾਹਾਂ ਜਥੇਬੰਦੀ ਦੇ ਝੰਡਾ ਸਿੰਘ ਜੇਠੂ ਕੇ ਸਾਡੇ ਨਾਲ ਅੱਜ ਮੌਜੂਦ ਰਹਿਣਗੇ। ਗੱਲਬਾਤ ਕਰਾਂਗੇ ਕਿ ਆਖਰ ਮੋਰਚਾ ਚੱਲਦੇ ਨੂੰ 1 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ। ਮੋਰਚੇ ਦੇ ਵਿੱਚ ਬੜੇ ਉਤਰਾਅ ਚੜ੍ਹਾਅ ਆਏ ਅਤੇ ਬੜਾ ਕੁਛ ਦੇਖਿਆ। ਸ਼ਾਇਦ ਪਹਿਲਾ ਮੋਰਚਾ ਹੋਣਾ ਗਾ ਇੰਨਾ ਲੰਬਾ ਜਿਹੜਾ ਕਿ 1 ਸਾਲ ਤੋਂ ਵੱਧ ਚੱਲਿਆ, ਅਤੇ ਉਸ ਮੋਰਚੇ ਦੇ ਵਿੱਚ ਸਮੇਂ ਦੀ ਸਰਕਾਰ ਨੂੰ ਮੰਨਣਾ ਪਿਆ ਕਿ ਅਸੀਂ ਕਿਸਾਨਾਂ ਨੂੰ ਸਮਝਾ ਨਹੀਂ ਪਾਏ ਅਤੇ ਕਿਸਾਨ ਆਪਣੇ ਹੱਕਾਂ ਦੇ ਲਈ ਦਿੱਲੀ ਪਹੁੰਚੇ। ਤਾਂ ਗੱਲਬਾਤ ਕਰਦੇ ਹਾਂ, ਝੰਡਾ ਸਿੰਘ ਜੇਠੂ ਕੇ ਸਾਡੇ ਨਾਲ ਮੌਜੂਦ ਨੇ। ਝੰਡਾ ਸਿੰਘ ਜੀ, ਪਹਿਲਾਂ ਸਵਾਗਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਧੰਨਵਾਦ ਜੀ ਤੁਹਾਡਾ ਸਾਰਿਆਂ ਦਾ। ਝੰਡਾ ਸਿੰਘ ਜੀ, ਜੇ ਗੱਲ ਕਰੀਏ ਤਾਂ ਆਪਾਂ ਮੋਦੀ ਸਰਕਾਰ ਜਿਹੜੀ ਸਮੇਂ ਦੀ ਸਰਕਾਰ ਆ, ਉਹਨਾਂ ਵੱਲੋਂ ਪਿਛਲੇ ਦਿਨੀ ਇਹ ਕਿਹਾ ਜਾਂਦਾ ਕਿ ਜਿਹੜੇ ਕਾਨੂੰਨ ਨੇ ਉਹ ਅਸੀਂ ਰੱਦ ਕਰਦੇ ਹਾਂ, ਐਲਾਨ ਕਰ ਦਿੱਤਾ ਜਾਂਦਾ ਗਾ। ਦੇਖੋ, ਜਿਹੜਾ ਪ੍ਰਧਾਨ ਮੰਤਰੀ ਨੇ 1 ਸਾਲ ਦੀ ਜੱਦੋਜਹਿਦ ਤੋਂ ਬਾਅਦ ਜਿਹੜਾ ਫੈਸਲਾ ਕੀਤਾ ਹੈ, ਉਹ ਕਾਨੂੰਨਾਂ ਨੂੰ ਰੱਦ ਨਹੀਂ ਕਿਹਾ ਉਹਨਾਂ ਨੇ ਕਿਹਾ ਸੀ ਕਾਨੂੰਨ ਵਾਪਸ ਲੈਣੇ ਆ, ਕਿਉਂਕਿ ਅਸੀਂ ਕੁਛ ਕਿਸਾਨਾਂ ਨੂੰ ਸਮਝਾ ਨਹੀਂ ਸਕੇ, ਸਾਡੀ ਕਿਤੇ ਕੋਈ ਤਪੱਸਿਆ 'ਚ ਫਰਕ ਰਹਿ ਗਿਆ, ਜਿਹਦਾ ਮਤਲਬ ਉਹਨਾਂ ਦੇ ਹਿਸਾਬ ਨਾਲ ਕਾਨੂੰਨ ਠੀਕ ਹੈ, ਕਿਸਾਨਾਂ ਨੂੰ ਸਮਝਾਇਆ ਨਹੀਂ ਗਿਆ। ਇਸ ਕਰਕੇ ਅਸੀਂ ਜਿਹੜਾ ਵਾਪਸ ਲੈਂਦੇ ਹਾਂ, ਜਿਹਦਾ ਮਤਲਬ ਇਹਦੇ 'ਚੋਂ ਨਾਲ ਹੀ ਅਰਥ ਨਿਕਲਿਆ ਆਉਂਦਾ ਹੈ ਕਿ ਉਹ ਦੁਬਾਰਾ ਕਿਸੇ ਵੀ ਢੰਗ ਨਾਲ ਦੁਬਾਰੇ ਕਾਨੂੰਨ ਲਿਆਉਣ ਦਾ ਇਰਾਦਾ ਰੱਖਦੇ ਆ। ਜੇ ਗੱਲ ਕਰੀਏ ਤਾਂ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ, 700 ਤੋਂ ਵੱਧ ਜਿਹੜੇ ਕਿਸਾਨ ਨੇ ਇੱਥੇ ਸ਼ਹਾਦਤਾਂ ਪ੍ਰਾਪਤ ਕਰ ਗਏ। ਬੇਸ਼ੱਕ ਉਹ ਰਸਤੇ ਦੇ ਵਿੱਚ ਐਕਸੀਡੈਂਟ ਦੇ ਵਿੱਚ ਉਹਨਾਂ ਦੀ ਦੁਰਘਟਨਾ ਕਾਰਨ ਕਿਸੇ ਕਾਰਨ ਮੌਤ ਹੋ ਗਈ, ਜਾਂ ਫਿਰ ਮੋਰਚੇ ਦੇ ਵਿੱਚ ਬੈਠਣ ਦੀ ਮੌਤ ਹੋ ਗਈ। ਕਿਤੇ ਨਾ ਕਿਤੇ ਜਾ ਕੇ ਗੱਲਬਾਤ ਹੁੰਦੀ ਆ ਉਹਨਾਂ ਪਰਿਵਾਰਾਂ ਦੇ ਨਾਲ, ਜਿਹੜੇ ਉਹ ਪਰਿਵਾਰ ਨੇ ਉਹਨਾਂ ਨਾਲ ਗੱਲਬਾਤ ਹੁੰਦੀ ਹੋਣੀ ਆ ਵੀ ਉੱਥੇ ਸਾਡੇ ਪਰਿਵਾਰ ਦਾ ਮੈਂਬਰ ਗਿਆ ਸੀਗਾ, ਉਹ ਸ਼ਹਾਦਤ ਪ੍ਰਾਪਤ ਕਰ ਗਿਆ ਅਤੇ ਤੁਸੀਂ ਉੱਥੇ ਡਟੇ ਰਹੋ, ਪਿੱਛੋਂ ਹੌਸਲਾ ਮਿਲਦਾ ਰਹਿੰਦਾ ਹੋਵੇ। ਦੇਖੋ, ਜਿੰਨੇ ਵੱਡੀ ਪੱਧਰ 'ਤੇ ਜਿਹਦੀ ਸ਼ਹੀਦੀਆਂ ਹੋਈਆਂ, ਇੰਨੀਆਂ ਸ਼ਹੀਦੀਆਂ ਦੇ ਬਾਵਜੂਦ ਜਿਨ੍ਹਾਂ ਪਰਿਵਾਰਾਂ ਦੇ ਮੈਂਬਰ ਵਗ ਗਏ, ਦੇਖੋ ਕੁਛ ਤਾਂ ਜਿਹੜੇ ਕੋਈ ਵੱਡੀ ਉਮਰ ਦੇ ਆ, ਹਾਰਟ ਅਟੈਕ ਹੋ ਗਿਆ, ਹੋਰ ਹੋ ਗਿਆ, ਉਹਦਾ ਦੁੱਖ ਘੱਟ ਹੁੰਦਾ ਹੈ। ਇੱਕ ਜਿਹੜੇ ਬਹੁਤ ਨੌਜਵਾਨ ਉਮਰ ਦੇ ਵਿੱਚ ਹੀ ਵੀ 25-30 ਸਾਲ ਦੀ ਉਮਰ ਦੇ ਜਿਹੜੇ ਗਏ ਆ, ਨੌਜਵਾਨ ਗਏ ਹੈ, ਅਤੇ ਕਈ ਪਰਿਵਾਰ ਇਹ ਹੈ ਵੀ ਜਿਹਦੇ ਇਕੱਲਾ ਬੱਚੇ ਸੀ, ਵਿੱਚ ਉਹ ਘਟਨਾਵਾਂ ਵੀ ਵਾਪਰੀਆਂ, ਐਕਸੀਡੈਂਟ ਨਾਲ ਵਾਪਰੀਆਂ ਘਟਨਾਵਾਂ ਹੈਗੀਆਂ। ਪਿਛਲੇ ਦਿਨਾਂ 'ਚ ਔਰਤਾਂ ਦੇ ਟਰੱਕ ਚੜ੍ਹਾਤਾ, 3 ਔਰਤਾਂ ਸ਼ਹੀਦ ਹੋ ਗਈਆਂ, ਇੱਕ ਹਜੇ ਜੂਝ ਰਹੀ ਹੈ ਵਿਚਾਰੀ, ਚੰਡੀਗੜ੍ਹ PGI ਦੇ ਵਿੱਚ ਹੈਗੀ ਹੈ। ਅਤੇ ਇਹ ਤੋਂ ਬਿਨਾਂ ਜਿੱਦਾਂ ਅਸੀਂ ਇੱਥੇ ਆਏ ਹਾਂ, ਜਾਂਦੀ 28 ਤਰੀਕ ਦੀ ਰਾਤ ਨੂੰ ਹੀ ਘਟਨਾ ਸ਼ੁਰੂ ਹੋਈ। ਮਿਸਤਰੀ ਸੀਗੇ, ਉਹ ਮੱਥ ਕੇ ਆਏ ਵੀ ਯਾਰ ਇੱਥੇ ਕੋਈ ਜਿੰਨੇ ਵਹੀਕਲ ਹੈ ਗਏ ਆ ਲੋਕ ਟਰੈਕਟਰਾਂ ਦੀਆਂ ਲੈ ਕੇ,
ਕੋਈ ਨਾ ਕੋਈ ਨੁਕਸ ਇਹਨਾਂ ਜਿਹੜੇ ਪੈਣਗੇ ਜਾਂ ਰਾਹ 'ਚ ਪੈਂਦੇ ਜਾਂ ਉੱਥੇ ਕਿਤੇ ਵੀ ਪੈਂਦੇ ਅਸੀਂ ਇਹ ਸੇਵਾ ਕਰਾਂਗੇ। ਉਹਨਾਂ ਨੇ ਟਰੈਕਟ ਵਗੈਰਾ ਜਿਹੜਾ ਕੋਈ ਮਾੜੀ ਮੋਟੀ ਦਿੱਕਤ ਸਮੱਸਿਆ ਉਹਦੇ ਆਈ ਕੀਤੀ। ਰਾਤ ਨੂੰ ਉਹ ਲਗਭਗ 11 11:30 ਵਜੇ ਕੰਮ ਕਰਕੇ ਪਏ ਹੈ। ਇੱਕ ਬੰਦਾ ਬਾਹਰ ਪੈ ਗਿਆ ਉਹਨਾਂ ਦਾ, ਇੱਕ ਬੰਦਾ ਗੱਡੀ 'ਚ ਪੈ ਗਿਆ। ਉਹ ਕੀ ਕਾਰਨ ਬਣਿਆ, ਜਾਂਦੀ ਗੱਡੀ ਨੂੰ ਅੱਗ ਲੱਗ ਗਈ, ਜਾਂਦੀ ਵਿੱਚ ਹੀ ਗੱਡੀ ਦੇ ਉਹ ਮਤਲਬ ਮੱਚ ਕੇ ਮਰ ਗਿਆ। ਉਦੋਂ ਲੱਗੇ ਘਟਨਾਵਾਂ ਮਤਲਬ ਕੋਈ ਦਿਨ ਹੈ ਜਿਹੜਾ ਜਿਹਦੇ 'ਚ ਕਹਿਣਾ ਹੋ ਸਕਦਾ ਵੀ ਵਿਹਲਾ ਰਹਿ ਗਿਆ, ਨਹੀਂ ਕਈ ਦਿਨਾਂ ਚਾਹੀਦੇ ਵੀ 2 ਵੀ ਹੋ ਗਏ, 4 ਵੀ ਹੋ ਗਏ। ਇਹਦੇ ਬਾਵਜੂਦ ਉਹ ਪਰਿਵਾਰਾਂ ਦੇ ਨਾਲ ਕੋਈ ਲਗਾਤਾਰ ਹੀ ਐਂ ਹੋ ਵੀ ਹਰ ਰੋਜ਼ ਦਾ ਮੇਲ ਹੈਗਾ ਸੂਬੇ ਵਾਲਿਆਂ ਦਾ, ਖਾਸ ਕਰਕੇ ਐਂ ਮੇਲ 700 ਬੰਦੇ ਪਰਿਵਾਰਾਂ ਦੇ ਨਾਲ ਮੇਲ ਰੱਖਣਾ ਕੁਦਰਤੀ ਗੱਲ ਔਖੀ ਹੈ। ਜਿਹੜੇ ਸਾਡੇ ਲੋਕ ਆਗੂ ਹੈਗੇ ਹੈ ਉਹਨਾਂ ਦਾ ਤਾਲਮੇਲ ਲਗਾਤਾਰ ਹੈ। ਉਹਨਾਂ ਨੂੰ ਭਰੋਸਾ ਵੀ ਦਿੱਤਾ ਵੀ ਜੇ ਕਿਸੇ ਕਿਸਮ ਦੀ ਕੋਈ ਪਰਿਵਾਰ 'ਚ ਦਿੱਕਤ ਆਊ ਅਸੀਂ ਤੁਹਾਡੇ ਨਾਲ ਖੜੇ ਹਾਂ। ਠੀਕ ਹੈ, ਬੰਦਾ ਤਾਂ ਦੇ ਨਹੀਂ ਸਕਦੇ ਅਸੀਂ ਵੀ ਉਹ ਹੋ ਜੇ, ਉਹ ਤਾਂ ਦੇਖੋ ਬਹੁਤ ਵੱਡਾ ਘਾਟਾ ਪੈ ਗਿਆ, ਤੁਹਾਨੂੰ ਝੱਲਣਾ ਪੈਣਾ। ਇਹਦੇ ਬਾਵਜੂਦ ਜਿਹੜੀਆਂ ਕੋਈ ਸਾਡੀਆਂ ਦਿੱਕਤਾਂ ਕਿਸੇ ਕਿਸਮ ਦੀਆਂ ਦਿੱਕਤਾਂ ਹੈਗੀਆਂ ਉਹਨਾਂ ਦੇ ਲਈ ਅਸੀਂ ਖੜੇ ਹਾਂ। ਭਾਵੇਂ ਉਹ ਪਰਿਵਾਰਾਂ ਨੂੰ 5 ਲੱਖ ਰੁਪਈਆ ਮਿਲ ਗਿਆ, ਬੰਦੇ ਦੀ ਕੀਮਤ ਦੇ ਹਿਸਾਬ ਨਾਲ 5 ਲੱਖ ਰੁਪਈਆ ਕੋਈ ਮਾਇਨੇ ਨਹੀਂ ਰੱਖਦੇ। ਹੁਣ ਜਦੋਂ ਮੋਦੀ ਸਾਹਿਬ ਨੇ ਇਹ ਕਹਿਦਾ ਵੀ ਇਹ ਅਸੀਂ ਕਾਨੂੰਨ ਆ ਜਿਹੜੇ ਅਸੀਂ ਵਾਪਸ ਲੈਂਦੇ ਹਾਂ, ਇਹਦੇ ਬਾਵਜੂਦ ਉਹਨਾਂ ਪਰਿਵਾਰਾਂ ਲਈ ਇੱਕ ਵੀ ਸ਼ਬਦ ਨਹੀਂ ਹੈਗਾ ਮਾਫੀ ਦਾ। ਜੇ ਮੰਗੇ ਇਸ ਗੱਲ ਤੋਂ ਮੰਗੇ ਵੀ ਅਸੀਂ ਸਮਝਾ ਨਹੀਂ ਸਕੇ ਵੀ ਇਸ ਅੰਦੋਲਨ ਦੇ ਇੰਨੇ ਲੰਮੇ ਕਰਕੇ ਅਸੀਂ ਇਹ ਪਹਿਲਾਂ ਹੱਲ ਨਹੀਂ ਕਰ ਸਕੇ। ਜਿਨ੍ਹਾਂ ਪਰਿਵਾਰਾਂ ਦਾ ਐਡਾ ਵੱਡਾ ਨੁਕਸਾਨ ਹੋ ਗਿਆ ਅਸੀਂ ਉਹਨਾਂ ਦੇ ਕੋਈ ਜ਼ਖਮਾਂ 'ਤੇ ਮੱਲਮ ਲਾਉਣੇ ਆ। ਜਿੰਦੀ ਸਰਕਾਰ ਨੇ ਜੇ ਕੋਈ 50-50 ਲੱਖ ਰੁਪਏ ਉਹਨਾਂ ਪਰਿਵਾਰਾਂ ਨੂੰ ਦੇਣਾ ਹੁੰਦਾ, ਸਰਕਾਰ ਦੇ ਵਾਸਤੇ ਕਿੱਡੀ ਕੁ ਵੱਡੀ ਗੱਲ ਹੈਗੀ ਹੈ। ਉਹਨਾਂ ਪਰਿਵਾਰਾਂ ਨੂੰ ਜ਼ਰੂਰ ਕੁਛ ਨਾ ਕੁਛ ਧਰਵਾਸ ਹੋ ਜਾਂਦਾ, ਕਿਉਂਕਿ ਜੇ ਆਰਥਿਕਤਾ ਥੋੜ੍ਹੀ ਜਿਹੀ ਸੂਤ ਹੋ ਜੇ ਕਿਸੇ ਪਰਿਵਾਰ ਦੀ, ਫਿਰ ਕੁਛ ਨਾ ਕੁਛ ਹੋਰ ਦੁੱਖ ਘਟਦਾ ਹੈ। ਇਹ ਮੰਗ ਹੀ ਬਣਦੀ ਹੈ ਸਰਕਾਰ ਤੋਂ ਵੀ ਉਹਨਾਂ ਨੂੰ ਉਹਨਾਂ ਪਰਿਵਾਰਾਂ ਦੀ ਬਾਂਹ ਫੜਨੀ ਚਾਹੀਦੀ ਹੈ। ਇਹ ਗੱਲ ਕਰੀਏ ਤਾਂ ਕਾਨੂੰਨਾਂ ਦੀ ਵਾਰ-ਵਾਰ ਗੱਲ ਆਉਂਦੀ ਹੈ। 11 ਮੀਟਿੰਗਾਂ ਹੋਈਆਂ, 11 ਮੀਟਿੰਗਾਂ ਦੇ ਵਿੱਚੋਂ ਕੁਝ ਨਿਕਲਦਾ ਸਾਹਮਣੇ ਨਹੀਂ ਆਇਆ। ਲਗਾਤਾਰ ਮੀਟਿੰਗਾਂ ਚੱਲਦੀਆਂ, ਫਿਰ ਇੱਕਦਮ ਪਿੱਛੇ ਜੇ ਡੈੱਡ ਲੋਕ ਲੱਗ ਜਾਂਦਾ, ਜਿਹੜਾ ਕਿ ਮੀਟਿੰਗਾਂ ਹੁੰਦੀਆਂ ਹੀ ਨਹੀਂ ਹੈਗੀਆਂ 26 ਜਨਵਰੀ ਤੋਂ ਬਾਅਦ ਖਾਸ ਕਰਕੇ। ਦੇਖੋ ਜਿਹੜੀਆਂ ਪਹਿਲਾਂ ਮੀਟਿੰਗਾਂ ਹੋਈਆਂ, ਅਸੀਂ ਉਹਨਾਂ ਮੀਟਿੰਗਾਂ 'ਚ ਮੈਂ ਮੈਨੂੰ ਲੱਗਦਾ 5-4 ਮੀਟਿੰਗਾਂ 'ਚ ਮੈਂ ਵੀ ਸ਼ਾਮਲ ਹੋਇਆ। ਸਾਨੂੰ ਜਾਂਦੇ ਨੂੰ ਪੱਤਰਕਾਰ ਪੁੱਛਦੇ ਸੀ, ਬਹੁਤ ਵੱਡੀ ਗਿਣਤੀ 'ਚ ਪੱਤਰਕਾਰ ਹੁੰਦੇ ਸੀ ਉੱਥੇ। ਅਸੀਂ ਉਹਨਾਂ ਨੂੰ ਕਹਿੰਦੇ ਸੀ ਵੀ ਇਸ ਮੀਟਿੰਗਾਂ 'ਚ ਕੁਛ ਨਹੀਂ ਨਿਕਲਣਾ, ਕਿਉਂਕਿ ਜੋ ਸਰਕਾਰ ਦਾ ਰੁਖ ਰਵੱਈਆ ਦਿਸ ਰਿਹਾ ਸੀ ਉਹ 'ਚੋਂ ਲੱਗਦਾ ਸੀਗਾ। ਅਤੇ ਜਦੋਂ ਉੱਥੇ ਜਾ ਕੇ ਅੰਦਰ ਬਹਿੰਦੇ ਸੀਗੇ, ਜਿਹੜਾ ਉਹਨਾਂ ਦਾ ਸੀਗਾ ਵੀ ਇਹਦੇ 'ਚ ਤੁਸੀਂ ਕਾਲਾ ਦਿਖਾਓ ਕੀ ਹੈ, ਜਦੋਂ ਇਕੱਲੀ ਇਕੱਲੀ ਗੱਲ 'ਤੇ ਲਾਜਵਾਬ ਕੀਤੇ ਹੈ। ਜਦੋਂ ਕੋਈ ਗੱਲ ਨਹੀਂ ਸੀ ਆਉਂਦੀ ਉਸ ਤੋਂ ਬਾਅਦ ਉਹ ਕਹਿੰਦੇ ਸੀਗੇ ਵੀ ਆਪਾਂ ਕੋਈ ਬ੍ਰੇਕ ਪਾ ਲਈਏ, ਚਾਹ ਪਾਣੀ ਪੀ ਲਈਏ, ਜਿਹਦਾ ਤਾਂ ਕੋਈ ਫੈਸਲਾ ਲੈਂਦੇ ਸੀਗੇ। ਬਾਅਦ 'ਚ ਆ ਕੇ ਗਾਹਾਂ ਵਾਲੀ ਮੀਟਿੰਗ ਤੈਅ ਹੋ ਜਾਂਦੀ ਸੀਗੀ। ਜਾਂਦੀ ਉਹ ਕਿਸੇ ਵੀ ਮੀਟਿੰਗ ਅਸੀਂ ਐਂ ਆਸਬੰਦ ਹੋ ਕੇ ਗਏ ਹੋਏ, ਕੋਈ ਵੀ ਜਥੇਬੰਦੀ ਦਾ ਆਗੂ ਵੀ ਇਸ ਮੀਟਿੰਗ 'ਚ ਕੁਛ ਮਿਲਣਾ ਜਾਂ ਨਿਬੜਨਾ। ਜਦੋਂ ਉਹ ਇਹੋ ਜਿਹੀ ਹਾਰ ਰਹੀ ਹੈ ਉਦੋਂ ਹੋਇਆ ਵੀ ਇਹਨਾਂ ਮੀਟਿੰਗਾਂ ਦਾ ਕੀ ਫਾਇਦਾ ਹੈ। ਇੱਧਰੋਂ ਵੀ ਕਿਹਾ, ਉਹਨਾਂ ਨੂੰ ਵੀ ਲੱਗਿਆ ਵੀ ਅਸੀਂ ਇਹਨੂੰ ਉਲਝਾ ਨਹੀਂ ਸਕਦੇ, ਠਾ ਨਹੀਂ ਸਕਦੇ। ਜਾਂਦੀ ਉੱਧਰੋਂ ਵੀ ਬੰਦ ਕੀਤੀਆਂ ਗਈਆਂ ਸਰਕਾਰ ਵੱਲੋਂ। ਉਸ ਤੋਂ ਬਾਅਦ ਬਾਰ-ਬਾਰ ਆਪਾਂ ਕਹਿੰਦੇ ਰਹੇ ਵੀ ਅਸੀਂ ਇੱਕ ਫੋਨ ਦੀ ਕਾਲ 'ਤੇ ਬੈਠੇ ਹਾਂ, ਪ੍ਰਧਾਨ ਮੰਤਰੀ ਦਾ ਵੀ ਇੱਕ ਫੋਨ ਦੀ ਕਾਲ 'ਤੇ ਬੈਠੇ ਹਾਂ ਗੱਲ ਕਰਨ ਜੋ ਹੀ ਸੀਗਾ ਵੀ ਸੋਧਾਂ ਜਿੰਨੀਆਂ ਮਰਜ਼ੀ ਕਰਾ ਲਓ, ਇਹ ਵਾਪਸ ਤਾਂ ਨਹੀਂ ਹੋਣੇ। ਮਤਲਬ ਜਿਹਦਾ ਮਤਲਬ ਇੱਥੋਂ ਤੱਕ ਵੀ ਕਿਹਾ ਕਮੇਟੀ ਨੇ ਕਿਹਾ ਵੀ ਸਾਡੇ ਕੋਲ ਡੱਬਾ ਤਾਂ ਰਹਿਣ ਦਿਓ ਖਾਲੀ ਡੱਬੇ ਦਾ ਮਤਲਬ ਜਿਹੜਾ ਵੀ ਪ੍ਰਾਈਵੇਟ ਮੰਡੀਆਂ ਨੂੰ ਸਰਕਾਰੀ ਦੇ ਬਰਾਬਰ ਲਿਆਉਣਾ ਹੈ, ਉਹਦੇ ਵਾਸਤੇ ਰਸਤਾ ਰਹਿਣ ਦਿਓ। ਜਦੋਂ ਕੋਈ ਰਸਤਾ ਭਾਵੇਂ ਜਿੰਨਾ ਮਰਜ਼ੀ ਤੰਗ ਕਰ ਲੇ, ਅਤੇ ਜੇ ਸਰਕਾਰ ਨੇ ਉਹ ਰਸਤਾ ਚੌੜਾ ਕਰਨਾ ਜਦੋਂ ਮਰਜ਼ੀ ਕਰ ਲੈਂਦੀ ਹੈ। ਇਹ ਕਿਹੜਾ ਕੋਈ ਵਿਅਕਤੀ ਦੀ ਗੱਲ ਹੈ। ਜਾਂਦੀ ਉਹਦੀ ਕੋਸ਼ਿਸ਼ ਸੀ ਹਰ ਹਾਲਤ ਵੀ ਸਰਕਾਰੀ ਮੰਡੀਆਂ ਦੇ ਪ੍ਰਾਈਵੇਟ ਜਿਹੜੀਆਂ ਮੰਡੀਆਂ ਦਾ ਰਸਤਾ ਲਿਆ ਹੋਇਆ ਹੈ ਉਹ ਰੱਖਣਾ ਚਾਹੁੰਦੇ ਸੀਗੇ। ਜਦੋਂ ਅਖੀਰ ਇਸ ਗੱਲ ਦਾ ਪਤਾ ਲੱਗਿਆ ਵੀ ਇਹ ਲੋਟ ਨਹੀਂ ਆਉਂਦਾ, ਅਤੇ ਖਾਸ ਕਰਕੇ ਜਿਹੜਾ ਯੂਪੀ ਦੇ ਵਿੱਚ ਇਸ ਸਰਕਾਰ ਦਾ ਮਾੜਾ ਹਾਲ ਹੋਇਆ ਹੈ, ਉਹਦੇ 'ਚੋਂ ਇਹਨਾਂ ਨੂੰ ਲੱਗਿਆ ਵੀ ਇਹ ਤਾਂ ਗੱਲ ਜਾਂਦੀ ਹੈ। ਕਿਉਂਕਿ ਜਿਹੜੀ ਸੈਂਟਰ ਦੀ ਸਰਕਾਰ ਬਣਦੀ ਉਹ ਯੂਪੀ ਰਾਹੀਂ ਬਿਜਲੀ ਹੋ ਗਈ ਸੈਂਟਰ 'ਤੇ ਪਹੁੰਚਦੇ ਹੈ, ਕਿਉਂਕਿ ਜਿੰਨੀ ਵੱਡੀ ਹੈਗੇ ਸਟੇਟਾਂ 'ਤੇ ਜਿੰਨੀ ਵੱਡੀ ਗਿਣਤੀ 'ਚ MP ਹੈ ਉੱਥੋਂ ਉਹ ਉਹਨਾਂ ਨੂੰ ਜਾਂਦੀ ਦਿਸੀ ਹੈ, ਜਿਹਦੇ 'ਚ ਉਹਨਾਂ ਨੂੰ ਲੱਗਿਆ ਵੀ ਕਿਹਨਾਂ ਤਾਂ ਪਿੱਛੇ ਹਟਣਾ ਪਊਗਾ। ਦੀ ਗੱਲ ਕਰੀ ਹੈਗੀ, ਜੇਕਰ ਹੁਣ ਕੈਬਨਿਟ ਦੇ ਵਿੱਚ ਬਿੱਲ ਪਾਸ ਹੁੰਦਾ ਗਾ ਵੀ ਇਹ ਜਿਹੜੇ ਕਾਨੂੰਨ ਨੇ ਉਹ ਵਾਪਸ ਲੈ ਲਏ ਗਏ ਨੇ, ਤਾਂ ਉਸ ਤੋਂ ਬਾਅਦ ਵੀ ਜਿਹੜਾ ਯੂਪੀ ਦੇ ਵਿੱਚ ਚੋਣਾਂ ਦਾ ਪ੍ਰਚਾਰ ਹੋ ਰਿਹਾ ਉਸ ਦੇ ਵਿੱਚ ਦਖਲਅੰਦਾਜ਼ੀ ਕਰਨਗੇ ਜਾਂ ਪੰਜਾਬ ਦੀਆਂ ਜਥੇਬੰਦੀਆਂ ਜਾਂ ਜਿਹੜੀਆਂ ਯੂਪੀ ਦੀਆਂ ਜਥੇਬੰਦੀਆਂ ਜਾਂ ਹਰਿਆਣੇ ਦੀਆਂ ਜਥੇਬੰਦੀਆਂ ਜਾ ਕੇ। ਦੇਖੋ ਜੇ ਇਕੱਲੇ ਕਾਨੂੰਨ ਵਾਪਸ ਹੋ ਜਾਂਦੇ ਹੈ ਇਹਦੇ ਨਾਲ ਕਿਸਾਨਾਂ ਦਾ ਮਸਲਾ ਹੱਲ ਨਹੀਂ ਹੁੰਦਾ। ਜਦੋਂ ਇੱਥੇ ਆਏ ਆ ਇਹਨਾਂ ਕਾਨੂੰਨ ਵਾਪਸੀ ਦੇ ਲਈ, ਉਹਦੇ ਨਾਲ ਹੀ ਜਿਹੜੀ ਘੱਟੋ ਘੱਟ ਖਰੀਦ ਦਾ ਮਾਮਲਾ ਹੈਗਾ ਪੂਰੇ ਭਾਰਤ ਦਾ ਜੁੜਿਆ ਹੋਇਆ, ਬਹੁਤ ਵੱਡੀ ਮੰਗ ਹੈ। ਸਿਰਫ ਇਹ ਪੰਜਾਬ ਅਤੇ ਹਰਿਆਣੇ 'ਚ ਐਂ ਕਹ ਲਓ 2 ਫਸਲਾਂ ਦਾ ਮਤਲਬ ਸਰਕਾਰੀ ਤੌਰ 'ਤੇ
ਉਹ ਵਿਕਦੀਆਂ, ਉਹ ਵੀ ਲਗਾਤਾਰ ਉਹ ਤੇ ਜਦੋਜਹਿਦ ਕਰਕੇ ਰੱਖੀਆਂ ਹੋਈਆਂ। ਜਿੰਨਾ ਚਿਰ ਇਹ ਪੂਰੇ ਭਾਰਤ ਦੇ ਵਿੱਚ ਘੱਟੋ ਘੱਟ ਖਰੀਦ ਦੀ ਗਰੰਟੀ ਨਹੀਂ ਬਣਦੀ, ਉਹਨਾਂ ਚਿਰ ਜਿਹੜੇ ਕਿਸਾਨ ਹੈ ਉਹ ਬਾਹਲਾ ਬਚ ਨਹੀਂ ਸਕਦੇ। ਇਸ ਕਰਕੇ ਹਜੇ ਉਹਨਾਂ ਨੇ ਇਹ ਕਿਹਾ ਵੀ ਅਸੀਂ ਤਾਂ ਕਮੇਟੀ ਬਣਾਵਾਂਗੇ। ਉਹ ਕਮੇਟੀ ਕਹੀ ਜੀ ਹੋਊਗੀ, ਉਹ 'ਚ ਕਿਹਨੂੰ ਕਿੰਨਾ ਅਧਿਕਾਰ ਹੋਊ, ਕਿਸਾਨਾਂ ਦਾ ਉਹਦੇ 'ਚ ਕੀ ਥਾਂ ਹੋਊ, ਜਾਂਦੀ ਉਹਦੀ ਕੋਈ ਬਹੁਤੀ ਸਪਸ਼ਟ ਪੋਜੀਸ਼ਨ ਨਹੀਂ। ਉਸ ਤੋਂ ਬਾਅਦ ਜਿਹੜੀਆਂ ਇੱਥੇ ਮੋਰਚੇ ਦੌਰਾਨ ਆ ਕੇ ਮੰਗਾਂ ਪੈਦਾ ਹੋਈਆਂ, ਉਹਨਾਂ ਨੂੰ ਹੱਲ ਕਰਨ ਵਾਸਤੇ ਵੀ ਕੋਈ ਤਸੱਲੀ ਬਖਸ਼ ਜਵਾਬ ਨਹੀਂ ਹੈਗਾ। ਕਿਉਂਕਿ ਜੇ ਵੱਡੀ ਪੱਧਰ 'ਤੇ ਕੇਸ ਹਰਿਆਣੇ 'ਚ ਲਗਭਗ 4800 ਦੀ ਗਿਣਤੀ ਆਈ ਹੈ ਜਿਹੜੇ ਚੱਕਰ ਕੇਸ ਬਣੇ ਹੈ, ਦਿੱਲੀ 'ਚ ਕੇਸ ਬਣੇ ਹੈ ਜਾਂ ਹੋਰ ਸਟੇਟਾਂ 'ਚ ਵੀ ਕੇਸ ਬਣੇ ਹੈ, ਉਹ ਕੇਸਾਂ ਦੀ ਵਾਪਸੀ ਦੀ ਕੋਈ ਗੱਲ ਨਹੀਂ, ਸਰਕਾਰਾਂ 'ਤੇ ਸਿੱਟਤਾ। ਜਿਹੜੀ ਉਹਨਾਂ ਪਰਿਵਾਰਾਂ ਨੂੰ ਕੋਈ ਸਹਾਇਤਾ ਦੀ ਗੱਲ ਸੀਗੀ ਉਹ ਵੀ ਸਟੇਟਾਂ 'ਤੇ ਸਿੱਟਤੀ ਹੈ। ਇਹ ਜਿਹੜੀਆਂ ਹੋਈਆਂ ਲਖਮੀਰਪੁਰ ਖੀਰੀ ਦੀ ਜਿਹੜੀ ਘਟਨਾ ਹੈ, ਕਿਵੇਂ ਮਤਲਬ ਲੱਤੜ ਕੇ ਮੁਰਦਿਆਂ ਨੂੰ ਮਾਰਿਆ ਹੈਗਾ, ਅਤੇ ਜਿਹਦਾ ਇਹਦੇ ਵਿੱਚ ਹੱਥ ਹੈ ਉਹ 'ਤੇ ਬਕਾਇਦਾ ਪਰਚਾ ਵੀ ਹੋ ਗਿਆ, ਅਤੇ ਉਹ ਮੰਤਰੀ ਦੇ ਤੌਰ 'ਤੇ ਪਦ 'ਤੇ ਉਵੇਂ ਬੈਠਾ ਹੈਗਾ ਜਿਹਨੂੰ ਜੇਲ੍ਹ 'ਚ ਹੋਣਾ ਚਾਹੀਦਾ ਹੈ। ਅੱਜ ਉਹ ਹਾਕਮ ਬਣਿਆ ਹੋਇਆ। ਕਹਿੰਦੀ ਇਹ ਜਿਹੜੀਆਂ ਕੋਈ ਇੱਥੇ ਆ ਕੇ ਮੰਗਾਂ ਪੈਦਾ ਹੋਈਆਂ ਹੈਗੀਆਂ, ਉਹ ਸਾਰੀਆਂ ਮੰਗਾਂ ਖੜੀਆਂ। ਜੇ ਮੰਗਾਂ ਖੜੀਆਂ ਰਹਿੰਦੀਆਂ ਫਿਰ ਤਾਂ ਇੱਥੋਂ ਅੰਦੋਲਨ ਵਾਪਸ ਹੋਣ ਵਾਲੀ ਵੀ ਐਂ ਹੋਵੇ ਕਿ ਇੱਥੋਂ ਵਾਪਸ ਹੋਵੇ ਕਿ ਨਾ ਹੋਵੇ, ਜਿਹਦਾ ਮਤਲਬ ਲਗਾਤਾਰ ਜੇ MSP ਦੀ ਵੀ ਰਹਿੰਦੀ ਹੈ ਉਹਦਾ ਨਿਬੇੜਾ ਨਹੀਂ ਹੁੰਦਾ, ਫਿਰ ਕਿਸੇ ਨਾ ਕਿਸੇ ਰੂਪ 'ਚ ਜਿਹਨੇ ਘੋਲ ਨੇ ਚੱਲਦਾ ਰਹਿਣਾ। ਅਤੇ ਉਸ ਤੋਂ ਬਾਅਦ ਜਿੰਨੇ ਸਮਾਂ ਇਹਨਾਂ ਨੂੰ 14 ਤੋਂ ਲੈ ਕੇ ਲਗਾਤਾਰ ਰਾਜ ਕਰਦਿਆਂ ਨੂੰ ਹੋ ਗਿਆ, ਉਹਨਾਂ ਨੇ ਲੋਕਾਂ ਨਾਲ ਕੀਤੀ ਕੀ ਹੈ। ਜੇ ਕਸ਼ਮੀਰ ਦੇ ਵਿੱਚ 370 ਧਾਰਾ ਖਤਮ ਕਰਕੇ ਜਿਹਨੂੰ ਲਗਭਗ ਦੇਸ਼ ਦਾ ਰੁਤਬਾ ਸੀਗਾ ਉਹਨੂੰ ਸਟੇਟ ਦਾ ਰੁਤਬਾ ਵੀ ਨਹੀਂ ਰਹਿਣ ਦਿੱਤਾ, ਕਿ ਜਿੰਨਾ ਕੁਛ ਉਹਨਾਂ ਦੇ ਜ਼ਬਰ ਹੋਇਆ ਕਿਵੇਂ ਭੁੱਲਣਗੇ। ਮੁਸਲਮਾਨ ਜਿੰਨੀ ਗਿਣਤੀ ਹੈਗੀ ਹੈ ਉਹ ਉਹਨਾਂ 'ਤੇ ਕਿੱਡਾ ਵੱਡਾ ਜ਼ਬਰ ਹੋਇਆ। ਦਿੱਲੀ ਦੇ ਵਿੱਚ ਕਤਲੇਆਮ ਹੋ ਗਏ, ਪਰਚੇ ਵੀ ਉਹਨਾਂ 'ਤੇ ਬਣੇ ਹੋਏ ਹੈ। ਜਿਹੜੇ ਇਸ ਕਿਸਮ ਦੇ ਜਿਹੜਾ ਉਹਨਾਂ ਦਾ ਵਿਹਾਰ ਰਿਹਾ ਲੋਕਾਂ ਨਾਲ, ਮੈਨੂੰ ਨਹੀਂ ਲੱਗਦਾ ਵੀ ਲੋਕ ਜੇ ਸਾਰੀਆਂ ਗੱਲਾਂ ਵੀ ਮੰਨ ਜਾਣ ਅਤੇ ਲੋਕਾਂ ਦੇ ਮਨ ਨੂੰ ਤਸੱਲੀ ਹੋ ਕੇ ਉਹ ਇਹਦੇ ਪੱਖ 'ਚ ਕੋਈ ਮਤਲਬ ਲੋਕ ਭੁਗਤਣਗੇ। ਲੋਕਾਂ ਦੇ ਮਨਾਂ 'ਚ ਬਹੁਤ ਸਵਾਲ ਹੈ, ਇਹ ਮਨਾਂ 'ਚੋਂ ਕੱਢਣਾ ਬਹੁਤ ਔਖੀ ਗੱਲ ਲੱਗਦੀ ਹੈ। ਕਿਸਾਨਾਂ ਦੀ ਕਚਹਿਰੀ ਵੀ ਲੱਗਦੀ ਆ, ਕਿਸਾਨਾਂ ਦੀ ਕਚਹਿਰੀ ਦੇ ਵਿੱਚ ਪੰਜਾਬ ਦੇ ਵਿੱਚ ਜੇ ਗੱਲ ਕਰਦੇ ਹਾਂ ਤਾਂ ਵੱਖ-ਵੱਖ ਪਾਰਟੀਆਂ ਦੇ ਲੀਡਰ ਵੀ ਆਉਂਦੇ ਨੇ, ਉਹ ਵੀ ਕਹਿੰਦੇ ਨੇ ਕਿ ਅਸੀਂ ਕਿਸਾਨਾਂ ਦੇ ਨਾਲ। ਹਰ ਇੱਕ ਪਾਰਟੀ ਇਹ ਆ ਕੇ ਕਹਿੰਦੀ ਹੈਗੀ ਇਸ ਵਕਤ ਜੇ ਗੱਲ ਕਰੀਏ ਤਾਂ ਪੰਜਾਬ ਦੀਆਂ ਪਾਰਟੀਆਂ ਦੀ। ਪਰ ਦੂਜੇ ਪਾਸੇ ਪਿਛਲੇ ਦਿਨੀ ਮੀਟਿੰਗ ਹੁੰਦੀ ਆ ਪੰਜਾਬ ਭਵਨ ਦੇ ਵਿੱਚ, ਤਾਂ ਉੱਥੇ ਜੋਗਿੰਦਰ ਸਿੰਘ ਉਗਰਾਹਾਂ ਜਿਹੜੇ ਕਿ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਪ੍ਰਧਾਨ ਨੇ, ਉਹਨਾਂ ਵੱਲੋਂ ਇੱਕ ਬਿਆਨ ਸਾਹਮਣੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ, ਜਿਸ ਦੇ ਵਿੱਚ ਕਿਹਾ ਜਾਂਦਾ ਕਿ ਅਸੀਂ ਕਾਂਗਰਸ ਦਾ ਵਿਰੋਧ ਨਹੀਂ ਕਰਾਂਗੇ ਕਿਤੇ ਵੀ ਜਾ ਕੇ। ਦੇਖੋ, ਜਿਹੜਾ ਸੰਯੁਕਤ ਮੋਰਚੇ ਦਾ ਫੈਸਲਾ ਹੈ ਉਹ ਸੀਗਾ ਭਾਰਤੀ ਜਨਤਾ ਪਾਰਟੀ ਦੇ ਘਿਰਾਓ ਕਰਨ ਦਾ। ਇਕੱਲਾ ਨਹੀਂ ਵਿਰੋਧ ਵੀ ਕੋਈ ਸਵਾਲ ਕਰਤੇ ਜਾਂ ਮਾੜਾ ਮੋਟਾ ਕੁਛ ਕਰਤਾ, ਲਗਾਤਾਰ ਐਂ ਸੀ ਵੀ ਇਹਨਾਂ ਨੂੰ ਵੜ ਨਹੀਂ ਦੇਣਾ ਅਤੇ ਘੇਰਨਾ। ਜਿਹੜੀਆਂ ਦੂਜੀਆਂ ਪਾਰਟੀਆਂ ਸੀ ਉਹਨਾਂ ਨੂੰ ਸੀਗਾ ਵੀ ਅਸੀਂ ਸਵਾਲ ਕਰਾਂਗੇ, ਸਾਰੀਆਂ ਪਾਰਟੀਆਂ ਨੂੰ ਇਹੀ ਚੱਲਦਾ ਸੀ। ਇਹ ਜਿਹੜਾ ਕਾਂਗਰਸ ਬਾਰੇ ਬਿਆਨ ਪ੍ਰਧਾਨ ਦਾ ਲੱਗਿਆ ਵੀ ਹੁਣ ਅਸੀਂ ਇਹਨਾਂ ਦਾ ਵਿਰੋਧ ਨਹੀਂ ਕਰਾਂਗੇ, ਅਸੀਂ ਪੰਜਾਬ ਦੇ ਵਿੱਚ ਵਿਸ਼ੇਸ਼ ਹਾਲਤ ਬਣੀ। ਨਰਮਾ ਜਿਹੜਾ ਹੈਗਾ ਗੁਲਾਬੀ ਸੁੰਡੀ ਨੇ ਬਹੁਤ ਵੱਡੀ ਪੱਧਰ 'ਤੇ ਉਹਦਾ ਨੁਕਸਾਨ ਕਰਤਾ। ਉਹ ਨੁਕਸਾਨ ਦੀ ਪੂਰਤੀ ਦੇ ਲਈ ਲਗਭਗ 60,000 ਕਿੱਲੇ ਦਾ ਨੁਕਸਾਨ ਹੈ। ਮਨਪ੍ਰੀਤ ਬਾਦਲ ਦੀ ਕੋਠੀ ਮੂਹਰੇ ਧਰਨਾ ਦਿੱਤਾ, ਨਹੀਂ ਮੰਨੇ ਹੈਗੇ। ਉਹਦੇ 3 ਗੇਟ ਆ, 3 ਗੇਟ ਮੁਕੰਮਲ ਘੇਰੇ, ਕੋਈ ਅੰਦਰ ਨਹੀਂ ਜਾਣ ਦਿੱਤਾ, ਕੋਈ ਬਾਹਰ ਨਹੀਂ ਆਉਣ ਦਿੱਤਾ। ਇਹ ਚੱਲ ਗਈ ਸਰਕਾਰ ਗੌਲੀ ਨਹੀਂ। ਉਸ ਤੋਂ ਬਾਅਦ ਬਠਿੰਡੇ ਦਾ ਮਿੰਨੀ ਸੈਕਟਰੀਏਟ ਹੈ, ਜਿੱਥੇ ਕਹਿ ਲਓ ਜ਼ਿਲ੍ਹੇ ਦੀ ਸਾਰੀ ਅਫਸਰਸ਼ਾਹੀ ਬੈਠੀ ਹੈ, ਉਹਦਾ 5 ਦਿਨ ਘਰਾਓ ਚੱਲਿਆ, ਉਹਨੂੰ ਵੀ ਚੱਲ ਗਏ। ਇਹਨਾਂ ਦੋਨਾਂ ਥਾਵਾਂ 'ਤੇ ਅਸੀਂ ਇਸ ਗੱਲ ਦਾ ਐਲਾਨ ਕਰਦੇ ਰਹੇ ਕਿ ਸਾਡੀ ਮਜਬੂਰੀ ਬਣਨੀ ਹੈ, ਅਸੀਂ ਨਹੀਂ ਕਰਨਾ ਚਾਹੁੰਦੇ ਜਿਹੜੀ ਗੱਲ। ਸਾਨੂੰ ਭਾਰਤੀ ਜਨਤਾ ਪਾਰਟੀ ਵਾਂਗੂ ਕਾਂਗਰਸ ਦਾ ਵੀ ਮਤਲਬ ਜਿਹੜਾ ਵਿਰੋਧ ਹੈ ਜਾਂ ਘਰਾਓ ਕਰਨਾ ਪਊਗਾ। ਇਹ ਐਲਾਨ ਅਸੀਂ ਮਤਲਬ ਬਠਿੰਡੇ ਜਿੱਦਾਂ ਉੱਥੋਂ ਚੱਕਿਆ ਮਿਨੀ ਸੈਕਟਰੀਏਟ 5ਵੇਂ ਦਿਨ, ਉੱਦਾਂ ਇਹ ਐਲਾਨ ਕੀਤਾ, ਖੁਦ ਮੈਂ ਇਹ ਐਲਾਨ ਕੀਤਾ। ਉਸ ਤੋਂ ਬਾਅਦ ਇਹ ਜਿੱਥੇ ਵੀ ਗਏ ਹੈ ਇਹਨਾਂ ਦੇ ਖਿਲਾਫ, ਹਾਲਾਂਕਿ ਬਹੁਤ ਸੀਜ਼ਨ ਜਿਹੜਾ ਕਣਕ ਦਾ, ਬਿਜਾਈ ਦਾ, ਝੋਨੇ ਦਾ ਬਹੁਤ ਪੀਕ ਲੋਡ ਜਿਹੜਾ ਕਹਿਣਾ ਹੋਏ ਕਿਸਾਨਾਂ ਦੇ, ਉਹ ਪੀਕ ਲੋਡ ਚੱਲਦਾ ਸੀ। ਅਤੇ ਰਾਤ ਦੇ 8 ਵਜੇ ਤੱਕ ਇਹਨੂੰ ਮਨਪ੍ਰੀਤ ਨੂੰ ਬਠਿੰਡੇ ਘੇਰੀ ਰੱਖਿਆ। ਫਿਰ ਇਹਨਾਂ ਨੂੰ ਲੱਗਿਆ ਵੀ ਇਹ ਗੱਲ ਤਾਂ ਇਹਨਾਂ ਨੇ ਸਾਨੂੰ ਤਾਂ ਤੁਰਨ ਹੀ ਨਹੀਂ ਦੇਣਾ ਪੰਜਾਬ ਦੇ ਵਿੱਚ। ਜਿੰਨੇ ਦਿਨ ਥੋੜ੍ਹੇ ਰਹਿ ਗਏ, ਆਪਦਾ ਕੋਈ ਵਕਾਰ ਬਣਾ ਕੇ ਮੁੜ ਸਰਕਾਰ ਬਣਾਉਣ ਦੀ ਆਸ ਰੱਖੀ ਬੈਠੇ ਹੈ। ਉਹਦੇ 'ਚ ਉਹਨਾਂ ਨੂੰ ਸਾਨੂੰ ਮੀਟਿੰਗ ਦੇਣੀ ਪਈ। ਪਹਿਲਾਂ ਇੱਕ ਗੈਰ ਰਸਮੀ ਮੀਟਿੰਗ ਹੋਈ, ਫਿਰ ਬਕਾਇਦਾ ਮੀਟਿੰਗ ਹੋਈ। ਉਸ ਮੀਟਿੰਗ ਦੇ ਵਿੱਚ ਉਹਨਾਂ ਨੇ ਮੰਨਿਆ ਵੀ ਅਸੀਂ ਠੀਕ ਹੈ, ਜੋ ਹਾਲਤ ਹੈ ਸਰਕਾਰ ਦੀ, ਅਸੀਂ 17 ਤੋਂ ਵੱਧ ਨਹੀਂ ਦੇ ਸਕਦੇ। ਜੋ ਇੱਧਰੋਂ ਹਾਲਤ ਸੀ ਅਸੀਂ 17 ਤੇ ਸਹਿਮਤੀ ਦਿੱਤੀ, ਭਾਵੇਂ ਐਂ ਨਹੀਂ ਹੈਗਾ ਵੀ 17 ਨਾਲ ਉਹਦਾ ਕੋਈ ਪੂਰਾ ਹੋਵੇ, 12 ਤੋਂ ਵੱਧ ਵਧਣ ਨੂੰ ਤਿਆਰ ਨਹੀਂ ਸੀ। ਕਹਿੰਦੀ ਉਹ ਘੋਲਦਾ ਕਰਕੇ 5,000 ਰੁਪਇਆ ਕਿੱਲੇ ਮਗਰ ਹੀ ਵਧਿਆ।
ਉਹਦੇ ਨਾਲ ਯੂਰੀਏ ਦਾ ਆਪਣਾ ਯੂਰੀਆ ਆ ਗਿਆ, DAP ਦੀ ਬਹੁਤ ਸ਼ਾਰਟ ਚੱਲ ਰਹੀ ਸੀ ਪੰਜਾਬ 'ਚ। ਉਹਨਾਂ ਨੂੰ ਵਾਅਦਾ ਕਰਨਾ ਪਿਆ ਵੀ ਅਸੀਂ 2-3 ਦਿਨਾਂ 'ਚ ਉਹ ਜਿਹੜੀ ਸ਼ਾਰਟ ਆ ਉਹਨੂੰ ਪੂਰਾ ਕਰਾਂਗੇ। ਇਹ ਤੋਂ ਇਲਾਵਾ ਜਿਹੜੀਆਂ ਆਹ 3 ਔਰਤਾਂ ਇੱਥੇ ਮਤਲਬ ਟਰੱਕ ਥੱਲੇ ਦਰੜ ਕੇ ਸ਼ਹੀਦ ਕੀਤੀਆਂ ਗਈਆਂ, ਅਸੀਂ ਉਹਨਾਂ ਨੂੰ ਮੰਗ ਕੀਤੀ ਸੀ ਵੀ ਇਹਨਾਂ ਨੂੰ 10-10 ਲੱਖ ਰੁਪਇਆ ਉਹਨਾਂ ਪਰਿਵਾਰਾਂ ਨੂੰ ਦਿਵਾਉਣਾ ਹੈ। ਇਹ ਉਹਨਾਂ ਨੂੰ ਮੰਨਣਾ ਪਿਆ ਤੇ ਉਹਨਾਂ ਨੂੰ ਮਿਲ ਗਿਆ ਪਰਿਵਾਰਾਂ ਨੂੰ 10-10। ਜਿਹੜੀ ਜ਼ਖਮੀ ਔਰਤ ਵਾਸਤੇ 3 ਲੱਖ ਰੁਪਏ ਦੀ ਵਾਅਦਾ ਕੀਤਾ ਵੀ ਦੇਵਾਂਗੇ, ਉਹ ਹਜੇ ਵਿੱਚ ਖੜਾ, ਹਜੇ ਤੱਕ ਵੀ ਨਹੀਂ ਦਿੱਤਾ ਜੇ ਕਹਿਣਾ ਹੋਵੇ। ਤੇ ਇਹ ਤੋਂ ਬਿਨਾਂ ਜਿਹੜੇ ਸਾਡੇ ਤੇ ਬਣੇ ਹੋਏ ਕੇਸ ਹੈ ਕੁੱਲ ਜਥੇਬੰਦੀਆਂ ਤੇ ਪੰਜਾਬ ਦੇ ਵਿੱਚ ਸਮੇਤ ਪਰਾਲੀ ਵਾਲੇ, ਉਹ ਕੇਸਾਂ ਦਾ ਉਹਨਾਂ ਨੂੰ ਵਾਅਦਾ ਕੀਤਾ ਵੀ ਅਸੀਂ ਸਾਰੇ ਕੇਸ 1 ਮਹੀਨੇ ਦੇ ਅੰਦਰ ਅੰਦਰ ਵਾਪਸ ਲਾਵਾਂਗੇ। ਇਹ ਸਮਝੌਤਾ ਹੋਣ ਤੋਂ ਬਾਅਦ ਫਿਰ ਉਹ ਕਿਹਾ ਵੀ ਜਿਹੜਾ ਵਿਸ਼ੇਸ਼ ਅਸੀਂ ਨਰਮੇ ਵਾਲੀ ਗੱਲ ਕਰਕੇ ਸੱਦਾ ਦਿੱਤਾ ਸੀ ਇਹਨਾਂ ਦੇ ਘਰੋਂ ਦਾ, ਅਸੀਂ ਉਹ ਉਹਨਾਂ ਵਾਪਸ ਲੈਂਦੇ ਹਾਂ, ਨਾ ਕਿ ਐ ਨਹੀਂ ਹੈਗਾ ਵੀ ਹੁਣ ਅਸੀਂ ਉਹਨੂੰ ਕੋਈ ਸਵਾਲ ਨਹੀਂ ਕਰਾਂਗੇ। ਇਹ ਸੀ ਉਹ। ਝੰਡਾ ਸਿੰਘ ਜੀ, ਇੱਕ ਨਾਲ ਹੀ ਇਹ ਸਵਾਲ ਵੀ ਖੜਾ ਹੁੰਦਾ ਕਿ ਗੁਰਨਾਮ ਸਿੰਘ ਚੜੂਨੀ ਜਿਹੜੇ ਕਿ ਪੰਜਾਬ ਦੇ ਵਿੱਚ ਕਾਫੀ ਆਪਣਾ ਆਧਾਰ ਆ ਕਾਇਮ ਕਰ ਚੁੱਕੇ ਨੇ। ਚੜੂਨੀ ਸਾਹਿਬ ਦੇ ਵੱਲੋਂ ਵੀ ਕਿਹਾ ਜਾਂਦਾ ਕਿ ਚੋਣਾਂ ਜਿਹੜੀਆਂ ਨੇ 117 ਦੀਆਂ 17 ਸੀਟਾਂ 'ਤੇ ਲੜੀਆਂ ਜਾਣੀਆਂ, ਅਤੇ ਉੱਥੇ ਹੀ ਪੰਜਾਬ ਭਵਨ ਦੇ ਵਿੱਚ ਇਹ ਐਲਾਨ ਕਰ ਦਿੱਤਾ ਜਾਂਦਾ ਕਿ ਚੜੂਨੀ ਸਾਹਿਬ ਦਾ ਵੀ ਕਾਲੀਆਂ ਝੰਡੀਆਂ ਨਾਲ ਵਿਰੋਧ ਕਰਾਂਗੇ। ਹਾਲਾਂਕਿ ਉਹ ਤੁਹਾਡੇ ਸਾਥੀ ਨੇ, ਇੱਕ ਮੋਰਚੇ ਦੇ ਆਗੂ ਨੇ ਉਹ ਵੀ। ਦੇਖੋ, ਜਿੱਥੋਂ ਤੱਕ ਤਾਂ ਉਹਨਾਂ ਦਾ ਪੰਜਾਬ 'ਚ ਚੋਣਾਂ ਲੜਨ ਦਾ ਤੇ ਉਹਦਾ ਬਹੁਤ ਸਾਰਾ ਆਧਾਰ ਬਣ ਗਿਆ, ਇਹ ਸ਼ੇਖ ਚਿੱਲੀ ਵਾਲਾ ਸੁਪਨਾ ਹੈ। ਕੋਈ ਇੱਕਦਮ ਜਾ ਕੇ ਦੂਜੀ ਸਟੇਟ 'ਚ ਜਾ ਕੇ ਦੂਜੀ ਸਟੇਟ 'ਚ 17 ਦੀਆਂ 17 ਸੀਟਾਂ 'ਤੇ ਆਪਦੇ ਕੈਂਡੀਡੇਟ ਵੀ ਖੜੇ ਕਰਦੇ ਤੇ ਆਸ ਰੱਖੇ ਵੀ ਅਸੀਂ ਉੱਥੇ ਸਰਕਾਰ ਬਣਾ ਲਾਂਗੇ, ਇਹ ਸ਼ੇਖ ਚਿੱਲੀ ਵਾਲਾ ਸੁਪਨਾ ਹੈ। ਜਦੋਂ ਕਿ ਸੰਯੁਕਤ ਮੋਰਚੇ ਦਾ ਫੈਸਲਾ ਇਹ ਸੀ ਕਿ ਜਿੰਨਾ ਚਿਰ ਇਸ ਘੋਲ ਦਾ ਨਿਬੇੜਾ ਨਹੀਂ ਹੁੰਦਾ, ਉਹਨਾਂ ਚਿਰ ਅਸੀਂ ਕਿਸੇ ਵੀ ਪੋਲੀਟੀਕਲ ਪਾਰਟੀ ਦੇ ਆਗੂ ਨੂੰ ਇੱਥੇ ਬੋਲਣ ਨਹੀਂ ਦੇਣਾ, ਸਟੇਜ 'ਤੇ ਨਹੀਂ ਆਉਣ ਦੇਣਾ, ਤੇ ਉਹਨਾਂ ਚਿਰ ਸਾਡਾ ਕੋਈ ਮਾਮਲਾ ਨਹੀਂ ਚੋਣਾਂ ਨਾਲ। ਉਸ ਤੋਂ ਬਾਅਦ ਦੇਖੋ ਕਿਹਨੇ ਚੋਣਾਂ ਲੜਨੀਆਂ, ਆਪ ਖੜੇ ਹੋਣਾ, ਕਿਸੇ ਦੀ ਮਦਦ ਕਰਨੀ ਹੈ, ਇਹ ਉਦੋਂ ਬਾਅਦ ਦਾ ਫੈਸਲਾ ਸੀ। ਉਹਨਾਂ ਨੇ ਤਾਂ ਇਸ ਸੰਯੁਕਤ ਮੋਰਚੇ 'ਚ ਇਹ ਐਲਾਨ ਕਰਕੇ ਬਕਾਇਦਾ ਫੁੱਟ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਮੋਰਚੇ ਨੇ ਸਸਪੈਂਡ ਵੀ ਕੀਤਾ, ਇਹਦੇ ਬਾਵਜੂਦ ਉਹ ਰੁਕਿਆ ਨਹੀਂ ਹੈਗਾ ਇਸ ਗੱਲ ਤੋਂ। ਲੱਗਦਾ ਨਹੀਂ ਹੈ ਕਿ ਜਦੋਂ ਬਾਰਡਰਾਂ 'ਤੇ ਬੈਠੇ, ਪੰਜਾਬ ਦੇ ਬਾਰਡਰਾਂ 'ਤੇ ਬੈਠੇ, ਪੰਜਾਬ ਹਰਿਆਣੇ ਦੇ ਬਾਰਡਰਾਂ 'ਤੇ ਬੈਠੇ, ਤਾਂ ਇੱਕ ਅਗਵਾਈ ਕਰਕੇ ਲਿਆਉਣ ਵਾਲੇ ਗੁਰਨਾਮ ਸਿੰਘ ਚੜੂਨੀ ਸੀਗੇ ਦਿੱਲੀ ਤੱਕ? ਦੇਖੋ, ਜੇ ਕੋਈ ਕਹੇ, ਕੋਈ ਵੀ ਜਥੇਬੰਦੀ ਵੀ ਅਸੀਂ ਜੇ ਲੈ ਕੇ ਗਏ ਹਾਂ ਦਿੱਲੀ ਦੇ ਬਾਰਡਰਾਂ 'ਤੇ, ਇਹੀ ਜਿਹੀ ਕੋਈ ਜਥੇਬੰਦੀ ਜੇ ਦਾਅਵਾ ਕਰਦੀ ਹੈ ਗਲਤ ਕਰਦੀ ਹੈ, ਕੋਈ ਛੋਟੀ ਹੈ ਜਾਂ ਵੱਡੀ ਹੈ। ਦਿੱਲੀ ਦੇ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਹੈ 2 ਮਹੀਨੇ ਬਕਾਇਦਾ ਕੋਲ ਚੱਲਿਆ, ਉਦੋਂ ਮਹੀਨਾ ਲਗਭਗ ਜਦੋਂ ਇਹ ਆਰਡੀਨੈਂਸ ਲਿਆਂਦੇ ਸੀ ਉਹਦੀ ਤਿਆਰੀ ਚੱਲੀ। ਉਸ ਤੋਂ ਬਾਅਦ ਫੈਸਲਾ ਹੋਇਆ ਕਿ ਦਿੱਲੀ ਦੇ ਜਾਣਾ ਹੈ ਤੇ ਜਿੱਥੇ ਰੋਕ ਲਿਆ ਸੀ ਉੱਥੇ ਰੁਕਾਂਗੇ। ਇਹਨਾਂ ਨੇ ਹਰਿਆਣੇ ਨੇ ਬਾਰਡਰਾਂ 'ਤੇ ਰੋਕੇ, ਜਿੰਨਾ ਨੌਜਵਾਨਾਂ 'ਚ ਜੋਸ਼ ਸੀ ਉਹ ਦੂਜੀਆਂ ਸਾਰੀਆਂ ਜਥੇਬੰਦੀਆਂ ਨੂੰ ਉਸੇ ਦਿਨ ਜਨਵਰੀ ਲਾ ਕੇ ਉਹ ਦਿੱਲੀ ਦੇ ਬਾਰਡਰਾਂ 'ਤੇ ਲਿਆਏ। ਸਾਡੇ ਨਾਲ ਵੀ ਨੌਜਵਾਨਾਂ ਨੇ ਉੱਥੋਂ ਨਾਕੇ ਤੋੜ ਕੇ ਸਾਨੂੰ ਮਤਲਬ ਜਿਵੇਂ ਧੱਕ ਕੇ ਮੂਹਰੇ ਲਾਉਣਾ ਹੁੰਦਾ ਹੈ, ਕੋਸ਼ਿਸ਼ ਕੀਤੀ ਹੈ। ਸਾਡੇ ਨਾਲ ਡਾਂਗ ਸੁੱਟੀ ਹੋਈ ਹੈ, ਸਾਡੇ ਨਾਲ ਗਲ ਦੁੱਪੜ ਹੋਏ ਹੈ। ਅਸੀਂ ਫੈਸਲਾ ਕਰਕੇ ਜਦੋਂ 26 ਨੂੰ ਸਾਰੀਆਂ ਜਥੇਬੰਦੀਆਂ ਆ ਗਈਆਂ, ਸ਼ਾਮ ਨੂੰ ਰਾਤ ਨੂੰ ਫੈਸਲਾ ਕਰਿਆ, ਅਸੀਂ 27 ਨੂੰ ਆਏ ਹਾਂ, 28 ਨੂੰ ਇੱਥੇ ਪਹੁੰਚੇ ਹਾਂ ਅਸੀਂ। ਉਸ ਮੌਕੇ ਚੜੂਨੀ ਦਾ ਸਾਨੂੰ ਤਾਂ ਕਿਤੇ ਨਾਂ ਨਹੀਂ ਮਿਲਿਆ। ਹਰਿਆਣੇ ਵਿੱਚ ਦੀ ਆਏ ਹਾਂ, ਹਰਿਆਣੇ 'ਚ ਉਦੋਂ ਪਹਿਲਾਂ ਬਾਹਲਾ ਕੁਛ ਨਹੀਂ ਸੀ ਗਿਆ। ਜਦੋਂ ਬਾਰਡਰਾਂ ਤੋਂ ਆ ਕੇ ਇੱਥੇ ਆ ਗਏ, ਉਦੋਂ ਹਰਿਆਣਾ ਉਤਸ਼ਾਹ 'ਚ ਆਇਆ ਹੈ। ਹੁਣ ਇਸ ਮੌਕੇ ਅਸੀਂ ਕਹਿ ਸਕਦੇ ਹਾਂ ਕਿ ਹਰਿਆਣਾ ਜੇ ਕਹਿਣਾ ਹੋਵੇ ਪੰਜਾਬ ਨੂੰ ਵੀ ਵਾਧੂ ਹੈ, ਇਸ ਗੱਲ 'ਚ ਲੜਿਆ ਘੁਲਿਆ, ਕਿਉਂਕਿ ਇੱਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੀ, ਲਗਾਤਾਰ ਉਹ ਮੁੱਖ ਮੰਤਰੀ ਨੇ ਆਉਣਾ, ਦੂਜਿਆਂ ਨੇ ਆਉਣਾ ਹੈ, ਕਿਉਂਕਿ ਪੰਜਾਬ 'ਚ ਥੋੜ੍ਹਾ ਫਰਕ ਇਹ ਪੈ ਗਿਆ ਵੀ ਉੱਥੇ ਕਾਂਗਰਸ ਦੀ ਸਰਕਾਰ ਕਰਕੇ ਇਸ ਕਿਸਮ ਦਾ ਮਾਹੌਲ ਨਹੀਂ ਬਣਿਆ। ਆਹ ਸਾਰੇ ਮਾਹੌਲ ਦੇ ਖਿਲਾਫ ਉਹ ਲੜੇ ਹੈ। ਇੱਥੇ ਮੋਰਚੇ ਦੀ ਬਹੁਤ ਵੱਡੀ ਬੱਤ ਕੀਤੀ ਹੈ। ਪਿਛਲੇ ਦਿਨਾਂ 'ਚ ਹਰਿਆਣੇ ਦੀਆਂ ਲਗਭਗ 15-18 ਜਥੇਬੰਦੀਆਂ ਦਾ ਜਿਹੜਾ ਜਿਵੇਂ ਸੰਯੁਕਤ ਮੋਰਚਾ ਤਾਂ ਬਣਿਆ, ਐਂ ਹਰਿਆਣੇ ਦਾ ਸੰਯੁਕਤ ਮੋਰਚਾ ਬਣਿਆ ਹੋਇਆ, ਉਹਦੇ ਵਿੱਚ ਚੜੂਨੀ ਦੀ ਕੋਈ ਥਾਂ ਨਹੀਂ ਹੈਗੀ। ਜੇ ਉਹ ਕਹਿੰਦਾ ਵੀ ਮੈਂ ਉੱਥੋਂ ਲੈ ਕੇ ਆ ਤੇ ਮੇਰਾ ਐਡਾ ਵੱਡਾ ਉਹ ਹੈ ਗਿਆ, ਤੇ ਪੰਜਾਬ 'ਚ ਉਹ ਮੁੱਖ ਮੰਤਰੀ ਬਣਨ ਦੇ ਸੁਪਨੇ ਲੈ ਰਿਹਾ, ਜਿੱਥੇ ਉਹ ਲੜ ਰਿਹਾ ਸੀ, ਜਿੱਥੇ ਉਹਦੀ ਜਥੇਬੰਦੀ ਹੈ, ਉੱਥੇ ਤਾਂ ਸਾਰੇ ਜਥੇਬੰਦੀਆਂ ਨੇ ਨਕਾਰ ਕੇ ਪਾਸੇ ਕੀਤਾ ਹੋਇਆ। ਆਹ ਜਿਹੜਾ 24 ਨੂੰ ਮਾਰਚ ਦੂਜਿਆਂ ਦਾ ਸੀਗਾ ਕਰਨ ਦਾ, ਇਹਦਾ ਉਦੋਂ ਪਹਿਲਾਂ 25 ਨੂੰ ਐਲਾਨ ਕੀਤਾ ਹੋਇਆ ਸੀ, ਉਹ ਵਾਪਸ ਲਿਆ ਇਹਨਾਂ ਨੇ, ਉਹ ਹਾਲਤ ਦੇਖ ਕੇ ਕਿ ਮੇਰਾ ਇੱਥੇ ਜਲੂਸ ਨਿਕਲੂਗਾ। ਇਸ ਕਰਕੇ ਇਹ ਨਹੀਂ ਹੈਗਾ ਵੀ ਉਦੋਂ ਚੜੂਨੀ ਸਾਹਿਬ ਜੀ ਪੰਜਾਬ ਵਾਲਿਆਂ ਨੂੰ ਜਾਂ ਸਾਰਿਆਂ ਨੂੰ ਉਹ ਦਿੱਲੀ ਬਾਰਡਰਾਂ 'ਤੇ ਲੈ ਕੇ ਆਏ ਹੈ। ਜੋ ਦਿੱਲੀ ਬਾਰਡਰਾਂ 'ਤੇ ਲੈ ਕੇ ਫਿਰ ਦਿੱਲੀ ਗਾਹਾਂ ਵੀ ਲੈ ਜਾਂਦੇ, ਉਹ ਪਾਰਲੀਮੈਂਟ ਮੂਹਰੇ ਵੀ ਲੈ ਜਾਂਦੇ, ਜੇ ਐਡਾ ਉਹਨਾਂ ਕੋਲ ਤਾਕਤ ਜਾ ਸਕਦੀ ਸੀਗੀ। ਤੁਸੀਂ ਕਿਹਾ ਕਿ ਪਾਰਲੀਮੈਂਟ ਮੂਹਰੇ ਵੀ ਲੈ ਜਾਂਦੇ, ਪਾਰਲੀਮੈਂਟ ਦੇ ਵਿੱਚ ਗਏ ਹੋ, ਪਰ ਪਾਰਲੀਮੈਂਟ ਇੱਕ ਅਲੱਗ ਜਿਹੀ ਜਗ੍ਹਾ 'ਤੇ ਲੱਗੀ ਆ, ਜਾ ਕੇ ਉੱਥੇ ਵੀ ਲਾਉਂਦੇ ਰਹੇ ਹੋ ਪਾਰਲੀਮੈਂਟ, ਅਤੇ ਉੱਥੇ ਵੀ ਇੱਕ ਬਕਾਇਦਾ
ਹਿੱਸਾ ਰਿਹਾ ਹਰਿਆਣੇ ਦਾ। ਜੇਕਰ ਆਪਾਂ ਹਰਿਆਣੇ ਦੀ ਗੱਲ ਕਰੀਏ, ਜਿਹੜਾ ਹਰਿਆਣਾ ਕਦੇ ਪੰਜਾਬ ਦੇ ਨਾਲ ਇੱਕ ਦੂਜੇ ਪ੍ਰਤੀ ਅੱਖਾਂ ਕੱਢਦੇ ਹੁੰਦੇ ਸੀ ਕਿ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਜਾਂ ਬੋਲੀ ਦੇ ਮੁੱਦੇ ਨੂੰ ਲੈ ਕੇ, ਪਰ ਅੱਜ ਉਹੀ ਹਰਿਆਣਾ ਇੱਕ ਭਾਈਚਾਰਕ ਤੌਰ 'ਤੇ ਮੂਹਰੇ ਲੱਗ ਕੇ ਗੱਲ ਕਰ ਰਿਹਾ ਹੈਗਾ। ਦੇਖੋ, ਇਸ ਘੋਲ ਨੇ ਜਿਹੜਾ ਪੰਜਾਬ ਤੇ ਹਰਿਆਣੇ ਦਾ ਇਹਨਾਂ ਹਾਕਮਾਂ ਨੇ ਰੌਲਾ ਖੜਾ ਕੀਤਾ ਹੋਇਆ ਸੀ, ਪਾਣੀਆਂ ਦਾ ਖੜਾ ਕੀਤਾ ਜਾਂ ਕੋਈ ਪੰਜਾਬੀ ਬੋਲਦੇ ਇਲਾਕਿਆਂ ਦਾ ਕੀਤਾ, ਚੰਡੀਗੜ੍ਹ ਦਾ ਰੌਲਾ ਖੜਾ ਕੀਤਾ। ਇਹ ਹਾਕਮਾਂ ਦਾ ਰੌਲਾ ਖੜਾ ਕਰਿਆ ਸੀ, ਲੋਕਾਂ ਦਾ ਆਪਸ ਵਿੱਚ ਰੌਲਾ ਨਹੀਂ ਸੀ। ਜਦੋਂ ਆਹ ਸਾਰੀ ਸਾਂਝੀ ਲੋੜ ਬਣੀ ਹੈ, ਮੋਰਚੇ 'ਚ ਆਏ ਹੈ, ਹਰਿਆਣੇ ਦੇ ਲੋਕਾਂ ਨੂੰ ਵੀ ਸਮਝ ਆਈ। ਉਹਨਾਂ ਨੂੰ ਸਵਾਲ ਵੀ ਕੀਤਾ ਪੱਤਰਕਾਰਾਂ ਨੇ ਵੀ ਤੁਸੀਂ ਪੰਜਾਬ ਨੂੰ ਵੱਡਾ ਭਾਈ ਕਹਿੰਦੇ ਪਾਣੀ ਲੈ ਲਓ। ਉਹ ਕਹਿੰਦੇ ਜ਼ਮੀਨ ਹੀ ਗਈ ਫਿਰ ਪਾਣੀ 'ਚ ਡੁੱਬਣਾ, ਜੇ ਜ਼ਮੀਨ ਬਚਾ ਲਈ ਫਿਰ ਪਾਣੀ ਵਾਲਾ ਮਸਲਾ ਵੀ ਹੱਲ ਕਰ ਲਾਂਗੇ। ਇਹ ਮਿਲ ਬੈਠ ਕੇ ਹੱਲ ਕੀਤਾ ਜਾ ਸਕਦਾ ਹੈ। ਜੇ ਹਜੇ ਤੱਕ ਨਹਿਰ ਨਿਕਲੀ ਨਹੀਂ, ਕੀ ਪੰਜਾਬ 'ਚ ਪਾਣੀ ਵਾਧੂ ਹੋ ਗਿਆ? ਅਤੇ ਜੇ ਉਹ ਨਹਿਰ ਆ ਜੇ ਹਰਿਆਣੇ ਨੂੰ, ਫਿਰ ਹਰਿਆਣੇ ਦੇ ਸਾਰੇ ਪਾਣੀ ਦਾ ਸਰ ਜੂ। ਕਿਉਂਕਿ ਜੇ ਪਾਣੀ ਦਾ ਮਸਲਾ ਹੱਲ ਕਰਨਾ ਹੈ, ਖੇਤੀ ਨੂੰ ਪ੍ਰਫੁੱਲਿਤ ਕਰਨਾ ਹੈ, ਇਹ ਸਰਕਾਰ ਦੀਆਂ ਨੀਤੀਆਂ ਨਾਲ ਜੁੜਿਆ ਹੋਇਆ ਹੈ। ਸਰਕਾਰ ਖੇਤੀ ਨੂੰ ਉਜਾੜਨ 'ਤੇ ਲੱਗੀ ਹੋਈ ਹੈ। ਇਹ ਮਸਲਾ ਤਾਂ ਖੜਾ ਰਹੂਗਾ, ਹਰਿਆਣੇ ਦਾ ਵੀ ਖੜਾ ਰਹੂਗਾ। ਨਹਿਰ ਨਿਕਲਿਆ ਵੀ ਤਾਂ ਵੀ ਖੜਾ ਰਹੂ, ਨਾ ਨਿਕਲਿਆ ਤਾਂ ਵੀ ਖੜਾ ਹੈ। ਇੱਕ ਗੱਲ ਸੀਗਾ ਉਹ ਪਾਰਲੀਮੈਂਟ ਕਰਨੀ ਜਾਣ ਕਰਨ ਦਾ, ਕਿਉਂਕਿ ਜਿਸ ਢੰਗ ਨਾਲ ਉਹ ਗਏ ਆ, ਕਿਉਂਕਿ ਪਹਿਲਾਂ ਜਿੰਨਾ ਨੌਜਵਾਨ ਤਬਕਾ ਆਇਆ ਅਤੇ ਉਹਨਾਂ ਨੂੰ ਚੱਕਣ ਵਾਲੇ ਹਵਾ ਦੇ ਨਾਲ ਵੀ ਪਾਰਲੀਮੈਂਟ ਘੇਰ ਲਓ। ਇਹ 4 ਦਿਨਾਂ 'ਚ ਇਹ ਤਾਂ ਮੰਨਿਆ ਜਾਣਾ। ਦਿੱਲੀ ਨੂੰ 4 ਸਫੇਰੋਂ ਐਂ ਕਰ ਦਿਓ, ਜਮਾਂ ਬੰਦ ਕਰ ਦਿਓ, ਜਿੱਦਾਂ ਕਿ ਦਿੱਲੀ ਦੇ ਲੋਕਾਂ ਦਾ ਸਾਹ ਵੀ ਬੰਦ ਕਰ ਦਿਓ, ਬਸ ਫਿਰ ਵੀ ਕੁਝ ਦਿਨਾਂ 'ਚ ਮੰਨਿਆ ਜਾਣਾ। ਕਿੰਨਾ ਕੁਛ ਹੁੰਦਾ ਰਿਹਾ ਵੀ ਤਾਂ ਲੀਡਰਾਂ ਦੀ ਲੱਤਾਂ ਭਾਰ ਨਹੀਂ ਚੱਲਦੀਆਂ, ਆਹ ਨਹੀਂ ਹੁੰਦਾ, ਫਲਾਨਾ ਨਹੀਂ ਹੁੰਦਾ। ਇਹ ਬੁੜੀ ਲੀਡਰਸ਼ਿਪ ਹੈ। ਉਸੇ ਬੁੜੀ ਲੀਡਰਸ਼ਿਪ ਨੇ ਸਰਕਾਰ ਨੂੰ ਝੁਕਾਇਆ। ਉਹ ਹੁਣ ਕਿੱਥੇ ਹੈ? ਉਸ ਤੋਂ ਬਾਅਦ ਜੇ ਸਾਰੇ ਘੋਲ ਦੇ ਵਿੱਚ ਹੀ ਕਹਿਣਾ ਹੋਵੇ ਕਿੱਥੇ ਆ ਉਹ? ਦੀਪ ਸਿੱਧੂ ਵਰਗੇ ਹੈ। ਦੀਪ ਸਿੱਧੂ, ਲੱਖੇ ਸਿਧਾਣੇ ਹੋਰ ਇਹ 2 ਨੌਜਵਾਨ ਸੀ ਜਿਹੜੇ ਨੌਜਵਾਨਾਂ ਦੇ ਪਿੱਛੇ ਲੱਗ ਕੇ ਪੂਰਾ ਪੰਜਾਬ ਦੀ ਨੌਜਵਾਨੀ ਚੱਲੀ ਸੀਗੀ। ਪਰ ਕਿਤੇ ਨਾ ਕਿਤੇ ਜਾ ਕੇ ਵਾਦ ਵਿਵਾਦ ਇੱਕ ਦੂਜੇ ਦੇ ਪ੍ਰਤੀ ਜਿਹੜੇ ਵਿਚਾਰਾਂ ਦੇ ਮਤਭੇਦ ਸੀ ਉਹ ਹੁੰਦੇ ਰਹੇ ਨੇ। ਪਰ ਅੱਜ ਕੀ ਦੇਖਦੇ ਹੋਗੇ? ਅੱਜ ਜਿਹੜਾ ਮੋਰਚਾ ਗਾ ਉਹ ਜਿੱਤ ਵੱਲ ਵੱਧਦਾ ਜਾ ਰਿਹਾ ਗਾ, ਅੱਜ ਕੀ ਦੇਖਦੇ ਹੋਗੇ? ਦੇਖੋ, ਜਿੱਥੋਂ ਤੱਕ ਜਿੱਤ ਦੀ ਗੱਲ ਹੈ, ਇੱਕ ਜਿੱਤ ਤਾਂ ਕਰ ਲਈ ਹੈ। ਜੇ ਕਾਨੂੰਨ ਵਾਪਸੀ ਦਾ ਐਲਾਨ ਕਰਨਾ ਪੈ ਗਿਆ, ਬਕਾਇਦਾ ਕੈਬਨਿਟ 'ਚ ਉਹਨਾਂ ਨੇ ਫੈਸਲਾ ਕਰ ਲਿਆ, 29 ਨੂੰ ਪਾਰਲੀਮੈਂਟ ਦੇ ਵਿੱਚ ਉਹ ਬਿੱਲ ਲਿਆਉਣ ਦਾ ਫੈਸਲਾ ਕਰ ਲਿਆ। ਇਹਦਾ ਮਾਮਲਾ ਬਣਦਾ ਹੈ ਕਿ ਜਿਹੜੇ ਕਾਨੂੰਨ ਹੈ ਇਹ ਤਾਂ ਵਾਪਸੀ ਵਾਲੇ ਵਾਸਤੇ ਜਾ ਵੜੇ। ਉਸ ਤੋਂ ਬਾਅਦ ਰਾਸ਼ਟਰਪਤੀ ਦੇ ਦਸਤਖਤ ਰਹਿੰਦੇ ਹੈ, ਕਿਉਂਕਿ ਜਿਹੜਾ ਲੋਕਾਂ ਦਾ ਇਹ ਸਰਕਾਰ 'ਤੇ ਬੇਭਰੋਸਗੀ ਐਡੀ ਸੀਗੀ। ਨਹੀਂ, ਅਗਲਾ ਦਾ ਜੋ ਐਡੇ ਪ੍ਰਧਾਨ ਮੰਤਰੀ ਨੇ ਐਲਾਨ ਕਰਤਾ ਹੁਣ ਤਾਂ ਕਰੂਗਾ ਹੀ। ਇਸ ਭਰੋਸੇ 'ਤੇ ਲੋਕ ਹਿੱਲੇ ਨਹੀਂ ਕਿ ਜਿੰਨਾ ਚਿਰ ਬਕਾਇਦਾ ਜਿਹੜੇ ਰਸਤੇ ਆਇਆ ਹੈ ਕਾਨੂੰਨ, ਉਸੇ ਰਸਤੇ ਵਾਪਸ ਨਹੀਂ ਹੁੰਦਾ। ਜਿੰਨਾ ਚਿਰ ਜਿਹਦਾ ਮਤਲਬ ਰਾਸ਼ਟਰਪਤੀ ਦੇ ਦਸਤਖਤ ਨਹੀਂ ਹੁੰਦੇ ਤੇ ਵਾਪਸੀ ਵਾਲੇ 'ਤੇ, ਉਹਨਾਂ ਚਿਰ ਸਾਡੀ ਕੋਈ ਤਸੱਲੀ ਨਹੀਂ ਹੈਗੀ। ਜੇ ਗੱਲ ਕਰੀਏ ਤਾਂ ਕਾਨੂੰਨਾਂ ਨੂੰ ਲੈ ਕੇ ਕਾਫੀ ਕੁਛ ਝੱਲਣਾ ਪਿਆ, ਕਾਫੀ ਨੁਕਸਾਨ ਹੋਇਆ, ਪੈਸੇ ਦਾ ਵੀ ਕਾਫੀ ਨੁਕਸਾਨ ਹੋਇਆ ਅਤੇ ਜ਼ਿੰਦਗੀਆਂ ਵੀ ਕਾਫੀ ਦਾਅ 'ਤੇ ਲੱਗੀਆਂ। ਪਰ ਕਿਤੇ ਨਾ ਕਿਤੇ ਜਾ ਕੇ ਇਹ ਨਹੀਂ ਲੱਗਦਾ ਹੈਗਾ ਕਿ ਜੇਕਰ ਅੱਜ ਤੁਸੀਂ ਗੁਰਨਾਮ ਸਿੰਘ ਚੜੂੰਨੀ ਦਾ ਵਿਰੋਧ ਕਰਦੀਆਂ ਨੇ ਜਥੇਬੰਦੀਆਂ, ਅੱਜ ਜੇ ਗੁਰਨਾਮ ਸਿੰਘ ਚੜੂੰਨੀ ਨੂੰ ਕਹਿੰਦੀਆਂ ਤਾਂ ਕਿਸਾਨ 2 ਫਾੜ ਹੋ ਜਾਣਗੇ ਕਿਤੇ ਨਾ ਕਿਤੇ ਜਾ ਕੇ? ਦੇਖੋ, ਜਿਹੜਾ ਕੋਈ ਕਿਸੇ ਮੋਰਚੇ ਦੇ ਵਿੱਚ ਬਾਗ ਪਾੜੂਗਾ, ਇਹਨੂੰ ਕੋਈ ਫੁੱਟ ਕਹਿ ਦੇ, ਇਹਨੂੰ 2 ਫਾੜ ਕਹਿ ਦੇ, ਜੇ ਉਹਨੂੰ ਤੁਸੀਂ ਵਿੱਚ ਰੱਖੋਗੇ ਹੋਰ ਵੱਧ ਨੁਕਸਾਨ ਕਰੂਗਾ। 2 ਫਾੜ ਤਾਂ ਉਦੋਂ ਹੁੰਦਾ ਹੈ ਵੀ ਜਦੋਂ ਭਾਈ ਜਿਹੜੇ ਅਸੂਲ ਹੈ ਉਸੇ ਅਸੂਲ 'ਤੇ ਰੌਲਾ ਪੈ ਗਿਆ। ਉਹਦੇ ਵਿੱਚ ਕੁਝ ਜੈਸੇ ਕੁਛ ਹੋਰ ਕਹਿਣ ਲੱਗ ਗਏ, ਵੱਡੀ ਗਿਣਤੀ ਕੁਛ ਹੋਰ ਕਹਿਣ ਲੱਗ ਗਈਆਂ, ਅੱਡੋ ਅੱਡੀ ਕੋਈ ਇਸ ਕਿਸਮ ਦੇ ਧੜੇ ਬਣ ਗਏ। ਠੀਕ ਹੈ, ਉਹਨੂੰ ਲੱਗਿਆ ਵੀ ਮੈਂ ਪੰਜਾਬ ਚੋਣਾਂ ਕਰਨੀ ਹੈ, ਸੰਯੁਕਤ ਮੋਰਚੇ ਨੇ ਫੈਸਲਾ ਕਰ ਲਿਆ ਉਹਨੂੰ ਸਸਪੈਂਡ ਕਰਨ ਦਾ। ਇਹਦੇ ਬਾਵਜੂਦ ਨਹੀਂ ਰੁਕਿਆ, ਦੂਜੇ ਆਗੂ ਵੀ ਸਸਪੈਂਡ ਹੋਏ, ਉਹਨਾਂ ਨੇ ਗਲਤੀ ਮੰਨੀ, ਮੋਰਚੇ ਦੇ ਵਿੱਚ ਆ ਗਏ। ਇਸ ਕਿਸਮ ਨਾਲ ਕੋਈ ਫੁੱਟ ਦਾ ਮਾਮਲਾ ਨਹੀਂ। ਜੇ ਸਾਰੀਆਂ ਜਥੇਬੰਦੀਆਂ ਵੱਖਰੋ ਵੱਖਰੇ, ਦੇਖੋ ਗੰਭੀਰ ਇਹਨਾਂ ਦੇ ਮਤਭੇਦ ਤਾਂ ਹੀ ਵੱਖਰੋ ਵੱਖਰੇ ਨਹੀਂ ਇੱਕੋ ਜਥੇਬੰਦੀ ਹੁੰਦੀ। ਉਹ ਗੰਭੀਰ ਭੇਦਾਂ ਨੇ ਕਦੇ ਨਾ ਕਦੇ ਆਪਦੇ ਪ੍ਰਗਟਾਵਾ ਦਿਸਣਾ ਹੀ ਹੁੰਦਾ ਹੈ ਮੋਰਚੇ ਦੇ ਵਿੱਚ। ਜਿੱਡੀ ਵੱਡੀ ਏਕਤਾ ਇਹਦੇ 'ਚ ਨਹੀਂ ਵੀ ਹੈ, ਜਿੱਡਾ ਵੱਡਾ ਜਥੇਬੰਦੀਆਂ ਦਾ ਆਪਸ ਵਿੱਚ ਵਖਰੇਵਾਂ ਸੀ ਗਿਆ ਵੀ ਇਹ ਕਾਨੂੰਨ ਵਾਪਸੀ ਤੱਕ ਅਸੀਂ ਕਿਸੇ ਪਾਰਟੀ ਵਾਲਿਆਂ ਨੂੰ ਨਹੀਂ ਚਾਹੁੰਦੇ ਦੇਣਾ। ਹਾਲਾਂਕਿ ਬਹੁਤ ਸਾਰੀਆਂ ਜਿਹੜੀਆਂ ਜਥੇਬੰਦੀਆਂ ਖੁਦ ਚੋਣਾਂ ਲੜਦੀਆਂ, ਜੇ ਰੁਲਦੂ ਮਾਨਸਾ ਦੀ ਗੱਲ ਕਰਨੇ ਉਹ ਖੁਦ ਚੋਣਾਂ ਲੜਦੇ ਹੈ, ਕਿਰਤੀ ਵਾਲੀ ਦੀ ਗੱਲ ਕਰਨੇ ਉਹ ਚੋਣਾਂ ਲੜਦੇ ਹੈ, ਜਮਹੂਰੀ ਆਪਣਾ ਕਿਸਾਨ ਸਭਾ ਹੈਗੀ ਹੈ ਉਹ ਚੋਣਾਂ ਲੜਦੇ ਹੈ, ਐਲਾਨੀਆਂ ਸਪੋਰਟ ਕਰਦੇ ਆ, ਕੈਂਡੀਡੇਟ ਖੜੇ ਕਰਦੇ ਹੈ। ਇਸ ਗੱਲ 'ਤੇ ਐਂ ਕਰਨਾ ਵੀ ਉਹਨਾਂ ਚਿਰ ਸਾਡਾ ਕੋਈ ਮਤਲਬ ਨਹੀਂ, ਜਿੰਨਾ ਚਿਰ ਇਹ ਮੋਰਚੇ ਦਾ ਕੋਈ ਨਿਬੇੜਾ ਨਹੀਂ ਹੁੰਦਾ। ਐਡਾ ਵੱਡਾ ਥਵਾਕ ਦਿਖਾਇਆ ਅਗਲਿਆਂ ਨੇ, ਸਾਰਿਆਂ ਨੇ। ਫਿਰ ਝੰਡਾ ਸਿੰਘ ਜੀ, ਸਰਕਾਰ ਕਿਹਦੀ ਬਣਨੀ ਚਾਹੀਦੀ ਆ? ਸਰਕਾਰ ਦੀ ਆ ਕੇ ਗੱਲ ਹੋ ਜਾਂਦੀ ਆ। ਤੁਸੀਂ ਹੁਣ ਪਿਛਲੇ ਦਿਨੀ ਆ ਕਾਂਗਰਸ ਦੀ ਜੇ ਗੱਲ ਕਰੇ ਤਾਂ ਪੰਜਾਬ ਦੇ ਵਿੱਚ ਕਾਂਗਰਸ ਦੇ ਪੂਰੇ 5 ਸਾਲ ਹੋਣ 'ਤੇ ਆ ਗਏ ਆ, ਪਰ ਜਿਹੜੇ ਟੀਚਰ ਨੇ, ਬੇਰੁਜ਼ਗਾਰ ਨੇ, ਉਹ ਟੈਂਕੀਆਂ 'ਤੇ ਚੜ੍ਹੇ ਬੈਠੇ ਨੇ। ਉਸ ਤੋਂ ਬਾਅਦ ਜੇ ਬੀਜੇਪੀ ਦੀ ਗੱਲ ਕਰਦੇ ਤਾਂ ਕਿਸਾਨ ਜਿਹੜੇ ਜਥੇਬੰਦੀਆਂ ਨੇ ਉਹ ਦਿੱਲੀ ਦੀਆਂ ਬਰੂਹਾਂ 'ਤੇ ਬੈਠੀਆਂ ਨੇ। ਸ਼੍ਰੋਮਣੀ ਅਕਾਲੀ ਦਲ ਦਾ ਵਿਰੋਧ ਕਰ ਰਹੀਆਂ ਜਥੇਬੰਦੀਆਂ, ਅਤੇ ਆਮ ਆਦਮੀ ਪਾਰਟੀ ਦਾ ਹਜੇ ਕੋਈ
ਪਤਾ ਨਹੀਂ ਹੈਗਾ ਕਿ ਕਿਹਦੇ ਪੱਖ 'ਚ ਖੜਨਗੇ ਜਾਂ ਕਿਹਦੇ ਗੱਲ ਕਰਨਗੇ। ਪਰ ਸਰਕਾਰ ਕਿਹਦੀ ਚਾਹੀਦੀ ਆ ਪੰਜਾਬ ਦੇ ਵਿੱਚ? ਸਵਾਲ ਤਾਂ ਇਹ ਖੜਾ ਹੁੰਦਾ ਨਾ, ਜੇਕਰ ਕਿਸਾਨ ਆਪਦੀ ਸਰਕਾਰ ਨਹੀਂ ਬਣਾਉਣਗੇ ਤਾਂ ਫਿਰ ਹੋਰ ਕੌਣ ਆਊਗਾ? ਦੇਖੋ, ਜਿੱਥੋਂ ਤੱਕ ਇਹਨਾਂ ਸਾਰੀਆਂ ਪਾਰਟੀਆਂ ਦਾ ਰੋਲ ਹੈ ਕਿ 90 ਤੋਂ ਲੈ ਕੇ ਜਿਹੜੀਆਂ ਨਵੀਆਂ ਆਰਥਿਕ ਨੀਤੀਆਂ ਲਾਗੂ ਹੋਈਆਂ ਡੰਕਲ ਸਮਝੌਤੇ ਦੇ ਤਹਿਤ, ਸਾਰੀਆਂ ਉਹਦੇ ਨਾਲ ਸਹਿਮਤ ਹੈ। ਉਸ ਨੀਤੀਆਂ ਦੇ ਕਰਕੇ ਜਿੰਨੀ ਲੁੱਟ ਤੇਜ਼ ਹੋਈ, ਸਾਡੇ ਕਿਸਾਨਾਂ ਮਜ਼ਦੂਰਾਂ ਦੇ ਘਰੇ ਛੱਥਰ ਵਿਸੇ ਹੈ। ਹਜੇ ਇਹ ਸਾਰੀਆਂ ਪਾਰਟੀਆਂ ਉਸ ਰਾਹ 'ਤੇ ਹੈ। ਜਿੱਥੋਂ ਤੱਕ ਲੋਕਾਂ ਨੂੰ ਲੱਗਦਾ ਵੀ ਯਾਰ ਜਿਹੜੇ ਕਿਸਾਨ ਹੈ ਇਹਨਾਂ ਲੋਕਾਂ ਖਾਤਰ ਲੜੇ, ਕਿਸਾਨੀ ਖਾਤਰ ਲੜੇ, ਸ਼ਾਇਦ ਇਹ ਖੜੇ ਹੋਣ, ਇਹ ਰਾਜਗੱਦੀ 'ਤੇ ਜਾ ਕੇ ਕੋਈ ਲੋਕਾਂ ਦੇ ਪੱਖ ਦੇ ਫੈਸਲੇ ਕਰ ਲੈਣ, ਇਹ ਸਰਕਾਰ ਬਣਾਉਣ। ਜਿਸ ਕਿਸਮ ਦਾ ਪ੍ਰਬੰਧ ਹੈ, ਜਿਸ ਕਿਸਮ ਦਾ ਸਿਸਟਮ ਹੈ, ਇਹ ਸਿਸਟਮ ਦੇ ਵਿੱਚ ਕੋਈ ਜਿੱਡਾ ਮਰਜ਼ੀ ਇਮਾਨਦਾਰ ਬੰਦਾ ਜਾ ਵੜੇ, ਪਹਿਲੀ ਗਰੰਟੀ ਤਾਂ ਹੈ ਕਿ ਉਹ ਇਮਾਨਦਾਰ ਨਹੀਂ ਰਹਿ ਸਕਦਾ। ਕਿਉਂਕਿ ਆਪਾਂ ਇਸ ਸਿਸਟਮ ਦੇ ਵਿੱਚ ਦੇਖਿਆ ਕੁਛ ਅਫਸਰ ਆਪਾਂ ਨੂੰ ਮਿਲੇ ਹੈ ਜਿਹੜੇ ਇਮਾਨਦਾਰ ਹੈ, ਉਹਨਾਂ ਦਾ ਇਹਨਾਂ ਨੇ ਬਿਸਤਰਾ ਬਣਾਈ ਰੱਖਿਆ। ਜਿਵੇਂ ਕਿਸੇ ਥਾਂ 'ਤੇ ਮਹੀਨੇ 2 ਮਹੀਨੇ ਤੋਂ ਵੱਧ ਖੜਨ ਨਹੀਂ ਦਿੱਤੇ। ਉਹ ਆਪਦੇ ਬੱਚੇ ਕਿਵੇਂ ਪੜ੍ਹਾਉਣ, ਪਹਿਲਾਂ ਇੱਥੇ ਲਾਇਆ, ਫਿਰ ਚੱਕ ਕੇ ਬਦਲ ਕੇ ਤੇ ਹੋਰ ਭੇਜ ਦਿੱਤੇ। ਜਾਣੀ ਉਹਨਾਂ ਨੂੰ ਜਿਹੜੇ ਸਿਗਲੀਗਰ ਹੁੰਦੇ ਹੈ, ਐਸਾ ਹਾਲਤ 'ਚ ਰੱਖਿਆ ਹੋਇਆ। ਇਮਾਨਦਾਰਾਂ ਨਾਲ ਤਾਂ ਇਹੋ ਜਿਹਾ ਸਿਸਟਮ ਵਿਹਾਰ ਕਰਦਾ ਹੈ। ਇਸ ਕਰਕੇ ਕੋਈ ਇੱਧਰੋਂ ਇਸ ਕਿਸਮ ਦੀ ਸਰਕਾਰ ਬਣਾ ਕੇ ਕੋਈ ਮਸਲੇ ਹੱਲ ਹੋਣਗੇ। ਦੇਖੋ, ਜਿੱਥੋਂ ਤੱਕ ਕਿਸਾਨਾਂ ਮਜ਼ਦੂਰਾਂ ਦਾ ਮਾਮਲਾ ਹੈ, ਜਿਹੜੀਆਂ ਜਥੇਬੰਦੀਆਂ ਨੂੰ ਤਾਂ ਜਿਹੜੇ ਉਹਨਾਂ ਦੇ ਆਪ ਦੇ ਕਿੱਤੇ ਦੇ ਮੰਗਾਂ ਮਸਲੇ ਉਹ 'ਤੇ ਲੜਨਾ ਹੁੰਦਾ। ਜੇ ਸਰਕਾਰ ਬਣਾਉਣੀ ਤਾਂ ਕਿ ਪਾਰਟੀਆਂ ਦਾ ਮਾਮਲਾ ਹੁੰਦਾ ਹੈ, ਕਿਉਂਕਿ ਉਹਨੇ ਸਾਰੇ ਤਬਕਿਆਂ ਨਾਲ ਦੇਖਣਾ ਹੁੰਦਾ ਵੀ ਕਿਹਦਾ ਕੀ ਕਰਨਾ ਹੈ, ਵਪਾਰੀਆਂ ਦਾ ਕੀ ਕਰਨਾ ਹੈ, ਆੜ੍ਹਤੀਆਂ ਤੱਕ ਹੈ, ਸ਼ਹਿਰਾਂ ਵਾਲਿਆਂ ਦਾ ਕੀ ਕਰਨਾ ਹੈ, ਪਿੰਡ ਵਾਲਿਆਂ ਦਾ ਕੀ ਕਰਨਾ ਹੈ, ਮਜ਼ਦੂਰਾਂ ਦਾ ਕੀ ਕਰਨਾ ਹੈ, ਮੁਲਾਜ਼ਮਾਂ ਦਾ ਕੀ ਕਰਨਾ ਹੈ। ਇਹ ਕਿਸੇ ਇੱਕ ਜਥੇਬੰਦੀ ਦਾ ਘੇਰੇ ਦਾ ਮਾਮਲਾ ਨਹੀਂ, ਇਹ ਕਿਸੇ ਪਾਰਟੀ ਦਾ ਘੇਰੇ ਦਾ ਮਾਮਲਾ ਬਣਦਾ। ਇਸ ਕਰਕੇ ਜਿਹੜੀ ਉਹਨਾਂ ਦੀ ਪਹਿਲੀ ਗੱਲ ਐਂ ਮੰਗ ਬਣਦੀ, ਸਾਨੂੰ ਇਹ ਠੀਕ ਨਹੀਂ ਲੱਗਦੀ। ਦੂਜਾ, ਜੇ ਕੋਈ ਇਹਨਾਂ ਚੋਣਾਂ 'ਚ ਜਾਂਦਾ, ਖਾਸ ਕਰਕੇ ਅਸੀਂ ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹਾਂ ਵੱਲੋਂ ਗੱਲ ਕਹਿਣੀ ਚਾਹੁੰਦੇ ਹਾਂ, ਇਹ ਛੜੇ ਖੂਹ ਦੇ ਪਾਣੀ 'ਚ ਛਾਲ ਮਾਰਨ ਵਾਲੀ ਗੱਲ ਹੈ। ਇਹ ਤੋਂ ਬਚਣ। ਲੋਕਾਂ ਨੂੰ ਅਸੀਂ ਇਹ ਸੱਦਾ ਦੇਣਾ ਚਾਹੁੰਦੇ ਹਾਂ ਕਿ ਇਹਨਾਂ ਚੋਣਾਂ ਦੇ ਵਿੱਚ ਇਹ ਸਾਡੀ ਏਕਤਾ ਨੂੰ ਚੀਰਾ ਦਿੰਦੇ ਆ। ਅਸੀਂ ਆਪਦੀ ਏਕਤਾ ਬਚਾ ਲਈਏ। ਵੋਟ ਜਿਹਨੂੰ ਮਰਜ਼ੀ ਪਾਉਣੀ ਆ ਪਾ ਦਿਓ। ਜਿੱਥੋਂ ਤੱਕ ਲੋਕਾਂ ਦੇ ਪੱਖ ਦੀ ਸਰਕਾਰ ਦਾ ਸਵਾਲ ਹੈ, ਇਸ ਪ੍ਰਬੰਧ 'ਚ ਜੇ ਲਿਉਲੀ ਲੰਗੜੀ ਸਰਕਾਰ ਬਣਦੀ ਹੈ, ਸੈਂਟਰ ਦੀ ਹੈ ਚਾਹੇ ਸਟੇਟਾਂ ਦੀ ਹੈ, ਇਹ ਲੋਕਾਂ ਦੇ ਹਿੱਤ ਦੀ ਹੈ। ਜੇ ਸੈਂਟਰ ਦੇ ਵਿੱਚ ਐਡੀ ਮਜ਼ਬੂਤ ਸਰਕਾਰ ਨਾ ਬਣੀ ਹੁੰਦੀ, ਐਡੀ ਬਹੁਗਿਣਤੀ ਇਹਨੂੰ ਨਾ ਮਿਲੀ ਹੁੰਦੀ, ਇਸ ਕਿਸਮ ਦੇ ਸਖਤ ਫੈਸਲੇ ਲੋਕਾਂ ਦੇ ਖਿਲਾਫ ਨਹੀਂ ਸੀ ਲੈ ਸਕਦੇ। ਜਿਵੇਂ ਮਤਲਬ ਕਸ਼ਮੀਰ ਨੂੰ ਢਾਹਿਆ ਹੈ, ਕੁੱਲ ਵੱਡੀ ਪੱਧਰ 'ਤੇ ਲੋਕਾਂ ਦੇ ਖਿਲਾਫ ਫੈਸਲੇ ਕੀਤੇ ਹੈ, ਦੱਬੀ ਤੁਰੇ ਆਉਂਦੇ ਹੈ। ਜਿਨ੍ਹਾਂ ਲੋਕਾਂ ਤੋਂ ਵੋਟਾਂ ਲਈਆਂ ਉਹਨਾਂ ਨੂੰ ਕਿਹਾ ਵੀ ਤੁਸੀਂ ਸਾਬਤ ਕਰੋ ਵੀ ਤੁਸੀਂ ਨਾਗਰਿਕਤਾ ਹੈਗੇ ਹੋ ਹਿੰਦੁਸਤਾਨ ਦੇ ਕਿ ਨਹੀਂ ਹੈਗੇ। ਜਾਂਦੀ ਜੇ ਐਡੀ ਮਜ਼ਬੂਤ ਉਹ ਸੀਗੀ ਅਤੇ ਤਾਂ ਹੀ ਉਹ ਇਹੋ ਜਿਹੇ ਫੈਸਲੇ ਲੈ ਸਕੇ ਹੈ। ਅਤੇ ਜੇ ਡਿਕਡੋਲੇ ਖਾਂਦੀ ਸਰਕਾਰ ਹੋਊਗੀ, ਉਹਦਾ ਲੋਕਾਂ ਨੂੰ ਇਸ ਮੌਕੇ ਫਾਇਦਾ ਹੈ। ਦੂਜਾ, ਦੇਖੋ, ਇਹਨਾਂ ਘੋਲ ਨੇ ਬਹੁਤ ਸਪਸ਼ਟ ਦਿਖਾਤਾ, ਸਾਰੀਆਂ ਜਥੇਬੰਦੀਆਂ ਨੂੰ ਦਿਖਾਤਾ, ਮੁਲਕ ਤੱਕ ਦਿਖਾਤਾ। ਪੰਜਾਬ ਦੇ ਵਿੱਚ ਕਹਿ ਲਓ ਜਾਂ ਦੂਜੀਆਂ ਸਟੇਟਾਂ 'ਚ ਕਹਿ ਲਓ, ਖਾਸ ਕਰਕੇ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ। ਪੰਜਾਬ ਦੇ ਵਿੱਚ ਸਾਡਾ ਜਥੇਬੰਦੀਆਂ ਦਾ ਕੋਈ MLA ਨਹੀਂ, ਕੋਈ MP ਨਹੀਂ, ਕੋਈ ਸਾਡੀ ਕਿਸੇ ਅਫਸਰਸ਼ਾਹੀ 'ਚ ਨਹੀਂ। ਆਹ ਸਾਲ ਭਰ ਪੰਜਾਬ 'ਚ ਕਿਹਦੀ ਸਰਕਾਰ ਚੱਲੀ? ਅਸੀਂ ਕਹਿੰਦੇ ਕਿਸਾਨਾਂ ਮਜ਼ਦੂਰਾਂ ਦੀ ਸਰਕਾਰ ਚੱਲੀ ਹੈ। ਜੇ ਏਡੇ ਤਕੜਿਆਂ ਦੇ ਟੂਲ ਪਲਾਜੇ, ਪੰਜਾਬ ਟੂਲ ਫਰੀ ਰਹਿੰਦਾ ਹੈ, ਰਿਲਾਇੰਸ ਦਾ ਇੱਕ ਵੀ ਲੀਟਰ ਤੇਲ ਨਹੀਂ ਵਿਕਣ ਦਿੰਦੇ ਜਿਹੜੇ ਉਹਦੇ ਆਪਦੇ ਪੈਟਰੋਲ ਪੰਪ ਹੈ, ਅਤੇ ਉਹਨਾਂ ਦੇ ਮੌਲ ਰੋਕੇ ਹੋਏ ਹੈ। ਜਿਹਦਾ ਰਾਜ ਹੋਵੇ ਉਹਨੂੰ ਲੋਕ ਪਿੰਡਾਂ 'ਚ ਨਾ ਵੜਨ ਦੇਣ, ਇਹਦੇ ਨਾਲ ਸਰਕਾਰ ਕਿਹਦੀ ਹੋਈ? ਆਹੀ ਰਸਤਾ ਹੈ ਕਿ ਇਹ ਥਵਾਕ ਨੂੰ ਜਿੰਨਾ ਹੋਰ ਵਧਾ ਲਾਂਗੇ, ਉਨੀ ਸਾਡੀ ਭੁਗਤ ਹੋਰ ਬਣ ਜੋ, ਅਸੀਂ ਉਹਨਾਂ ਰਾਜ ਹੋਰ ਕਰ ਲਾਂਗੇ ਆਪਦੀ ਤਾਕਤ ਤੇ ਜ਼ੋਰ, ਆਪਦੇ ਗੱਲ ਮੰਗਾਂ ਮਸਲੇ ਬਣਾਉਣ ਦੇ ਲਈ। ਇਹੀ ਰਸਤਾ ਬਣਦਾ ਸਾਡੇ ਹਿਸਾਬ ਨਾਲ। ਇਹਦਾ ਮਤਲਬ ਫਿਰ ਇਸੇ ਤਰ੍ਹਾਂ ਸੜਕਾਂ 'ਤੇ ਬੈਠਣਾ ਪਊਗਾ। ਜੇਕਰ ਤੁਸੀਂ ਕਹਿਣਾ ਕਿ ਟੋਲ ਪਲਾਜ਼ੇ ਰੋਕੇ ਹੋਏ ਨੇ ਜਾਂ ਪੈਟਰੋਲ ਨਹੀਂ ਵਿਕਣ ਦਿੱਤਾ, ਪੈਟਰੋਲ ਪੰਪ ਰੋਕੇ ਹੋਏ ਨੇ, ਮੌਲ ਰੋਕੇ ਹੋਏ ਨੇ, ਇਹਦਾ ਮਤਲਬ ਵੀ ਜਿਹੜੇ ਲੋਕ ਨੇ ਉਹ ਸੜਕਾਂ 'ਤੇ ਹੀ ਰਹਿਣ। ਦੇਖੋ, ਜਿੰਨੀਆਂ ਪਾਰਟੀਆਂ, ਜੇ ਇਹ ਜਿਹੜੀਆਂ ਬਹੁਤ ਕੌਮੀ ਕੰਪਨੀਆਂ ਕਹਿ ਲਓ, ਡੰਕਲ ਸਮਝੌਤੇ ਤਹਿਤ ਸਾਰਾ ਕੁਛ ਪ੍ਰਾਈਵੇਟ ਕਰਨ ਦੀ ਨੀਤੀ ਦੇ ਤਹਿਤ ਸਾਰੇ ਉਸ ਗੱਲ ਨਾਲ ਜੁੜੇ ਹੋਏ ਹੈ। ਇਹਨੇ ਸਾਡੇ ਲੋਕਾਂ ਦੇ ਮੰਗਾਂ ਮਸਲੇ ਖੜੇ ਕਰੇ ਹੈ। ਅਤੇ ਜੇ ਉਹਨਾਂ ਦੀ ਕਿਸੇ ਪਾਰਟੀ ਦੀ ਸਰਕਾਰ ਕਿਸੇ ਦੀ ਬਣ ਜੇ, ਉਹਨਾਂ ਨੇ ਉਸੇ ਰਾਹ ਤੁਰਨਾ ਹੈ, ਲੋਕਾਂ ਨੂੰ ਤਾਂ ਲੜਨਾ ਪੈਣਾ ਇਹਦੇ ਖਿਲਾਫ। ਇਹ ਗੱਲ ਛੇਤੀ ਉਸ ਥਾਂ 'ਤੇ ਜਾ ਵੜਨ, ਜਿਵੇਂ ਹੁਣ ਇਹਨਾਂ ਕਾਨੂੰਨਾਂ ਤੋਂ ਮੋੜਿਆ, ਲੋਕਾਂ ਦੇ ਖਿਲਾਫ ਫੈਸਲੇ ਨਾ ਲੈ ਸਕਣ। ਇਹਦਾ ਮਤਲਬ ਬਹੁਤ ਵੱਡਾ ਮਜ਼ਬੂਤ ਏਕਾ ਚਾਹੀਦਾ ਹੈ, ਕਿਸੇ ਇੱਕ ਸਟੇਟ ਦਾ ਨਹੀਂ, ਪੂਰੀਆਂ ਸਟੇਟਾਂ ਦਾ ਉਹ ਏਕਾ। ਜਿਵੇਂ ਹੁਣ ਪੰਜਾਬ ਅਤੇ ਹਰਿਆਣੇ ਦਾ ਬਣਿਆ, ਯੂਪੀ ਨਾਲ ਬਣਿਆ, ਰਾਜਸਥਾਨ ਨਾਲ ਬਣਿਆ, ਦੂਜੀਆਂ ਸਟੇਟਾਂ ਨਾਲ ਲੱਗੀਆਂ। ਪੂਰੀ ਦੁਨੀਆ ਦੇ ਵਿੱਚੋਂ ਇਸ ਘੋਲ ਨਾਲ ਜਿਹੜੇ ਭਾਰਤ ਦੇ ਲੋਕ ਬਾਹਰ ਗਏ ਆ, ਇਸ ਘੋਲ ਨਾਲ ਜੁੜੇ ਹੈ। ਉੱਥੋਂ ਦੇ ਜੇ ਕਹਿ ਲੈਣ ਬਾਹਰਲੇ ਦੇਸ਼ਾਂ ਦੇ ਅੰਗਰੇਜ਼ ਹੈ, ਉਹਨਾਂ ਨੇ ਵੀ ਇਹਨਾਂ ਦੇ ਗਿਆਨ ਦਾ ਵਿਰੋਧ ਕੀਤਾ ਵੀ ਇਹਨਾਂ ਦੀ ਗੱਲ ਠੀਕ ਹੈ। ਆਹ ਰਸਤਾ ਹੈ। ਕਿੱਡੀ ਵੱਡੀ ਜੇ ਸਾਡਾ ਥਵਾਕ ਬਣ ਜਾਂਦਾ ਹੈ,
ਉਹਨਾਂ ਸਾਨੂੰ ਘੱਟ ਸੜਕਾਂ ਤੇ ਬੈਠਣਾ ਪਊ। ਜੇ ਇਹ ਕਮਜ਼ੋਰ ਰਹਿੰਦਾ ਹੈ, ਸੜਕਾਂ ਤੇ ਬੈਠ ਕੇ ਵੀ ਹੱਲ ਨਹੀਂ ਹੋਣਾ, ਫਿਰ ਇਕੱਲੀ ਕੁੱਟੀ ਪੈਣੀ ਹੈ। ਫਿਰ ਅਸੀਂ ਆਉਣ ਵਾਲੇ ਨੂੰ ਕਹਾਂਗੇ ਭਾਈ ਜਦੋਂ ਸਾਡੇ ਖਿਲਾਫ ਕੋਈ ਗੱਲ ਸੀਗੀ ਅਸੀਂ ਲੜਨ 'ਚ ਤਾਂ ਨਹੀਂ ਕਸਰ ਛੱਡੀ ਕੋਈ। ਫਿਰ ਜੀ ਗੁਰਨਾਮ ਸਿੰਘ ਚੜੂਨੀ ਚੋਣ ਲੜਦੇ, ਉਹਦੇ ਵਿੱਚ ਦਿੱਕਤ ਕੀ ਆ ਰਹੀ ਹੈਗੀ? ਗੱਲ ਤਾਂ ਇਹ ਹੈ ਨਾ, ਕਿਉਂਕਿ ਉਹ ਕਹਿੰਦੇ ਨੇ ਵੀ ਕਿਸਾਨਾਂ ਦੀ ਸਰਕਾਰ ਹੋਣੀ ਚਾਹੀਦੀ ਹੈ। ਜੇਕਰ ਅਸੀਂ 3 ਸਟੇਟਾਂ 'ਚੋਂ ਆਪਦੀ ਸਰਕਾਰ ਬਣਾਉਣੇ ਆ, ਕਾਇਮ ਕਰ ਦਿੰਦਾ, ਅਸੀਂ ਕਿਸੇ ਦੇ ਅੱਗੇ ਹੱਥ ਨਹੀਂ ਅੱਡਾਂਗੇ। ਸਾਡੀ ਆਪਦੀ ਸਰਕਾਰ ਤਾਂ ਹੋਊ ਨਾ। ਮੰਨ ਲਓ ਜੇ ਚਰੂਨੀ ਦੀ ਸਰਕਾਰ ਬਣ ਜਾਏ, ਕਿਸੇ ਦੀ ਹੋਰ ਸਰਕਾਰ ਬਣ ਜੇ, ਜਿਹੜਾ ਡੰਕਲ ਸਮਝੌਤਾ ਹੈ, ਕੀ ਉਹ ਉਸ ਡੰਕਲ ਸਮਝੌਤੇ 'ਚੋਂ ਸੈਂਟਰ ਨੂੰ ਬਾਹਰ ਕੱਢ ਲਾਉਣਗੇ? ਇਹਦੇ 'ਚ ਸਵਾਲ ਹੋ ਸਕਦਾ ਵੀ ਤਾਂ ਸਟੇਟ ਦੀ ਬਣਨੀ ਹੈ। ਸਟੇਟ ਨੇ ਬਿਜਲੀ ਵਾਲਿਆਂ ਨਾਲ ਸਮਝੌਤਾ ਕੀਤਾ ਹੋਇਆ ਹੈ ਕਿ ਜਿੰਨੀ ਤੁਸੀਂ ਬਿਜਲੀ ਪੈਦਾ ਕਰੋਗੇ ਸਾਰੀ ਲਵਾਂਗੇ, ਤੁਹਾਨੂੰ ਲੋੜ ਹੈ ਨਾ ਲੋੜ ਹੈ ਸਾਰੇ ਦੇ ਪੈਸੇ ਦੇਵਾਂਗੇ। ਜਿਹੜੀ ਆਪਣੀ ਸੂਰਜ ਊਰਜਾ ਬਿਜਲੀ ਹੈ, ਇਹ ਸਾਰਿਆਂ ਨੂੰ ਕਹਿੰਦੇ ਸਸਤੀ ਪੈਂਦੀ ਹੈ। ਉਹਨਾਂ ਨੂੰ 17 ਰੁਪਏ ਯੂਨਿਟ ਦਾ ਸੌਦਾ ਹੋਇਆ ਹੋਇਆ। ਕੀ ਇਹ ਜਿਹੜੀਆਂ ਪਹਿਲਾਂ ਵਾਲੀਆਂ ਸਰਕਾਰਾਂ ਨੇ ਇਹ ਸਮਝੌਤੇ ਕੀਤੇ ਆ ਰੱਦ ਕਰ ਦੇਣਗੇ? ਜਿਹਦਾ ਮਤਲਬ ਬਹੁਤ ਕੌਮੀ ਕੰਪਨੀਆਂ, ਕਾਰਪੋਰੇਟ ਘਰਾਣੇ ਹੈ, ਉਹਨਾਂ ਦੇ ਖਿਲਾਫ ਕੀ ਚਰੂਨੀ ਸਾਹਿਬ ਫੈਸਲੇ ਲੈ ਲੈਣਗੇ? ਜਦੋਂ ਚੋਣਾਂ ਜਾਣ ਦੀ ਗੱਲ ਕਰਦੇ ਹੈ, ਅਸੀਂ ਨਹੀਂ ਦੇਖਿਆ ਵੀ ਹਜੇ ਤੱਕ ਉਹਨੇ ਕਿਹਾ ਵੀ ਅਸੀਂ ਆਹ ਕਰ ਜਾਂਗੇ, ਅਸੀਂ ਆਹ ਕਰ ਜਾਂਗੇ। ਚੋਣਾਂ ਵੇਲੇ ਵਾਅਦੇ ਸਾਰੇ ਹੀ ਕਰਦੇ ਆ, ਕੈਪਟਨ ਨੇ ਕਿਹੜਾ ਥੋੜ੍ਹੇ ਵਾਅਦੇ ਕੀਤੇ ਸੀ? ਤਾਰੇ ਤੋੜ ਕੇ ਲਿਆਉਣ ਵਾਲੀ ਗੱਲ ਕੀਤੀ ਸੀ, ਕੀ ਕੀਤਾ ਉਹਦੇ 'ਚੋਂ ਨਿਕਲਿਆ ਕੀ? ਜਨ ਦੀ ਇਹ ਕੋਈ ਜੇ ਇਹ ਗੱਲ ਕਹੂਗਾ ਆ ਜੋ ਚੱਲ ਰਿਹਾ ਪ੍ਰਬੰਧ ਹੈ, ਸਿਸਟਮ ਹੈ, ਇਹ ਲੋਕਾਂ ਨੂੰ ਸਿਰਫ ਧੋਖਾ ਦੇਣ ਵਾਸਤੇ ਹੋਊਗਾ। ਇਸ ਸਿਸਟਮ ਦੇ ਵਿੱਚ ਹੁੰਦਿਆਂ ਕੋਈ ਸਟੇਟ ਦੀ ਸਰਕਾਰ ਲੋਕਾਂ ਦੇ ਮਸਲੇ ਹੱਲ ਕਰਦੇ ਸਵਾਲ ਹੀ ਨਹੀਂ ਪੈਦਾ ਹੁੰਦਾ। ਖੇਤੀ ਦਾ ਕਿੱਤਾ ਹੈ, ਖੇਤੀ ਨੂੰ ਤਰੱਕੀ ਖਾਤਰ ਲਿਆਉਣਾ ਹੈ, ਕੀ ਕੋਈ ਸਟੇਟ ਕਰ ਸਕਦੀ ਹੈ ਜੇ ਸੈਂਟਰ ਉਹਦੇ ਨਾਲ ਨਹੀਂ ਹੈਗਾ? ਤਾਂ ਇਸ ਵਕਤ ਅਸੀਂ ਬੈਠੇ ਹੋਏ ਸੀਗੇ, ਸਾਡੇ ਨਾਲ ਝੰਡਾ ਸਿੰਘ ਜੇਠੂ ਕੇ ਮੌਜੂਦ ਸਨ। ਤਾਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਵੀ ਕਰਾਂਗੇ ਕਿ ਆਖਰ ਪੰਜਾਬ ਦੇ ਵਿੱਚ ਸਰਕਾਰ ਕਿਸ ਦੀ ਹੋਣੀ ਚਾਹੀਦੀ ਆ। ਇਹ ਵੀ ਇੱਕ ਬੜਾ ਵੱਡਾ ਸਵਾਲ ਆ। ਇਹ ਸਵਾਲ ਅਸੀਂ ਸਾਡੇ ਦਰਸ਼ਕਾਂ 'ਤੇ ਛੱਡਦੇ ਹਾਂ ਕਿ ਆਖਰ ਸਰਕਾਰ ਕਿਸ ਦੀ ਹੋਣੀ ਚਾਹੀਦੀ ਆ। ਤਾਂ ਇਸੇ ਤਰ੍ਹਾਂ ਜਿਹੜੀ ਕਿ ਖੁੰਡ ਚਰਚਾ ਗਈ ਉਹ ਸਾਡੀ ਹੁੰਦੀ ਰਹੇਗੀ, ਬੇਸ਼ੱਕ ਉਹ ਕਿਸਾਨ ਆਗੂ ਹੋਣ ਅਤੇ ਜਾਂ ਬੇਸ਼ੱਕ ਉਹ ਕੋਈ ਪੋਲੀਟੀਕਲ ਲੀਡਰ ਹੋਣ, ਤਾਂ ਜੇ ਬੇਸ਼ੱਕ ਕੋਈ ਉਹ ਆਮ ਲੋਕ ਹੋਣ, ਉਹਨਾਂ ਦੇ ਨਾਲ ਜਿਹੜੀ ਸਾਡੀ ਖੁੰਡ ਚਰਚਾ ਗਈ ਉਹ ਇਸੇ ਤਰ੍ਹਾਂ ਚੱਲਦੀ ਰਹੇਗੀ। ਤਾਂ ਜੁੜੇ ਰਹੋ KTV ਦੇ ਨਾਲ। ਮੇਰੇ ਸਹਿਯੋਗੀ ਸਾਥੀ ਅਲਜਿੰਦਰ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ।